ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਤੂੰ ਜਾਓ ਸੱਜਣ ਮੈਂਡਿਆ, ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਿਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਹਉ ਮੰਗੋ ਤੁਝੈ ਦਇਆਲ, ਕਰ ਦਾਸਾਂ ਗੋਲਿਆ। ਨੌ ਨਿਧ ਪਾਈ ਰਾਜ, ਜੀਵਾਂ ਭੁੱਲਿਆ। ਅੰਮ੍ਰਿਤ ਨਾਮ ਨਿਧਾਨ, ਦਾਸਾਂ ਘਰ ਬਣਾ। ਤਿਨ ਕੈ ਸੰਗ ਨਿਹਾਲ, ਸ਼੍ਰਵਣੀ ਜਸ ਸੁਣਾ। ਕਮਾਵਾਂ ਤਿਨ ਕੀ ਕਾਰ, ਸਰੀਰ ਪਵਿੱਤ ਹੋਏ। ਪੱਖਾ ਪਾਣੀ ਪੀਸ, ਬਿਗਸਾਂ ਪੈਰ ਧੋਏ। ਆਪੋਂ ਕਛੂ ਨਾ ਹੋਏ, ਪ੍ਰਭ ਨਦ ਨਿਹਾਲੀਐ। ਮੋਹਿ ਨਿਰਗੁਣ ਦਿਚੈ ਥਾਉ, ਸੰਤ ਧਰਮ ਸਾਰੀਐ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਿਤ ਏਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਿਤ ਏਕ।
दे मालिक, अमृत के दाते, हालत पलत सवार देनहार सतगुरु साहिब श्री गुरु ग्रंथ साहिब सच्चे पातशाह जी की मुबारक चरण शरण विच सुशोभित हो रहे गुरु प्यारे गुरु सवारे सत्संगी जनों, गुरु बाबा जी की अपार कृपा बख्शिश नाल आपां अज दे इस दीवान दीयां हाजरियां भरदियां होइयां सतगुरु जी के प्यार विच जुड़ बैठदियां होइयां गुरबाणी कीर्तन का आनंद माण रहे सां। और आप सारी इस गल तो भली भांत जाणू हाँ कि अज का ये दिहाड़ा साडे इतिहास दे विच एक अहम थां रखता है। ननकाना साहब का वो साका जिहड़ा अज दे दिन 1921 नूं 20 फरवरी 1921 नूं इहदा कह लईए कि अज तो लगभग 100 साल पहला गुरु नानक साहब सच्चे पातशाह जी के प्रकाश अस्थान श्री ननकाना साहब जो अजकल पाकिस्तान विखे है, उस स्थान से एक बड़ा दर्दनाक बहुत ही भयानक मनुखता दीयां सारियां हद्दां बन्नियां नूं टपदियां होइयां कदरां कीमतां नूं पैरां च रोड़दियां होइयां ननकाना साहब दे उस वेले दे मौके दे प्रबंधक मुखी महंत नारायण दास, जिसनूं असीं उहदी माड़ी करतूत करके महंत नारायणू भी कहने हैं, उसने 20 फरवरी 1921 को इस साके नूं अंजाम दिता। अज दे इस दिन ते बहुत सारे थावां दे उत्ते सिख संगतां ने रल मिल के ननकाना साहब दे उस साके नूं याद करन दा उदों उपराला कीता है। उहदे विचों एक आपां भी हां। साडा फर्ज ये बनता है कि असीं जो पढ़ते हैं, जो सुनते हैं, उन्होंने पढ़द्या सुनद्या समझना है ते वो समझ के उहदे चों जो सिक्ख्या है, जो तत्त है उहदा, उहनूं असीं धारण करना है। जिवें मेरे तो पहला सत्कारयोग वीर जी बोलदियां ये गल कह रहे सी कि कभी वो समय जदों सिखां ने कुर्बानियां दे के खून डोल के गुरुद्वारियां दे विचों इतिहासक स्थानां दे विचों महंतां नूं बाहर कीता, साडी कौम ने, पंथ ने, साडियां बजुर्गां ने बड़ी भारी उहदी कीमत उतारी। गुरुद्वारियां दी मर्यादा बहाल करन लई, गुरुद्वारियां दे महत्व नूं मुड़ तो कायम करन लई, गुरुद्वारियां दी पवित्रता कायम करन लई, गुरु सिद्धांतां दी राखी करन लई बड़ी भारी कीमत उन्हां नूं उतारनी पई उस वेले। लेकिन जदों अज असीं इहो जिहे साकियां नूं पढ़दे हां, सुणदे हां, समझदे हां तां सिर्फ इहनूं इत्थों तक ही सीमित कर लेना जां इन्ना ही कह कहा के तुर जाना ते मुड़ जाना, इहनूं इत्थे की समाप्ति कर लैनी कि वो नारायणू महंत ने उदों बड़ी माड़ी कीती।
ਇੰਨੇ ਕੁ ਨਾਲ ਸਰਦਾ ਨਹੀਂ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਇਹ ਜਿਹੜਾ ਸਾਕਾ ਵਾਪਰਿਆ, ਪਹਿਲੀ ਗੱਲ ਤਾਂ ਇਹ ਕਿਉਂ ਵਾਪਰਿਆ, ਕਾਰਨ ਉਹਦੇ ਕੀ ਹੋਣਗੇ। ਨੰਬਰ 2, ਜੇ ਸਾਕਾ ਵਾਪਰਿਆ ਤਾਂ ਉਹਦੇ ਪ੍ਰਭਾਵ ਕੀ ਪਏ, ਉਹਦੇ ਨਤੀਜੇ ਕੀ ਨਿਕਲੇ। ਕੱਲੀਆਂ ਕੁਰਬਾਨੀਆਂ ਦੇ ਕੇ ਕੌਮ ਚੁੱਪ ਕਰਕੇ ਨਹੀਂ ਬਹਿ ਗਈ, ਉਹਦੇ ਕੁਝ ਨਤੀਜੇ ਵੀ ਨਿਕਲੇ। ਉਹ ਨਤੀਜੇ ਕੀ ਸੀ? ਅੱਜ ਸਾਨੂੰ ਇਹ ਪੜ੍ਹਦਿਆਂ ਸੁਣਦਿਆਂ ਇਸ ਪਾਸੇ ਧਿਆਨ ਫਿਰ ਦੇਣਾ ਪਏਗਾ ਕਿ ਕੀ ਉਹ 100 ਸਾਲ ਪਹਿਲਾਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਅੱਜ ਅਸੀਂ ਬਰਕਰਾਰ ਰੱਖ ਰਹੇ ਹਾਂ, ਉਸ ਮਕਸਦ ਦੇ ਉੱਤੇ ਕਾਇਮ ਹਾਂ ਕਿ ਸੱਚੀ ਦਿਲੋਂ ਇਮਾਨਦਾਰੀ ਨਾਲ ਸੋਚ ਕੇ ਵੇਖੀਏ ਉਹਨਾਂ ਕੁਰਬਾਨੀਆਂ ਦਾ ਅਸੀਂ ਅੱਜ ਮੁੱਲ ਪਾ ਰਹੇ ਹਾਂ। ਉਸ ਪੈਂਤੜੇ ਤੇ ਖੜੇ ਆ ਜਿਸ ਕਰਕੇ ਕੁਰਬਾਨੀਆਂ ਦਿੱਤੀਆਂ ਸੀ, ਕਿਤੇ ਉਹ ਪੈਂਤੜਾ ਸਾਡਾ ਛੁੱਟ ਤਾਂ ਨਹੀਂ ਗਿਆ, ਗਵਾਚ ਤਾਂ ਨਹੀਂ ਗਿਆ। ਆਓ ਆਪਾਂ ਕੋਸ਼ਿਸ਼ ਕਰਦੇ ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਾਣੀ ਦੇ ਉਪਦੇਸ਼ਾਂ ਦਾ ਆਸਰਾ ਲੈਂਦਿਆਂ ਹੋਇਆਂ ਇਤਿਹਾਸ ਵਾਲਾ ਪਾਸਾ ਵੀ ਵਿਚਾਰਨ ਦਾ ਯਤਨ ਕਰਾਂਗੇ। ਤੁਸੀਂ ਜਿੰਨੇ ਵੀ ਮਾਈ ਭਾਈ ਜੁੜ ਬੈਠੇ ਹੋ, ਆਓ ਇੱਕ ਵਾਰ ਆਪਾਂ ਸਾਰੇ ਰਲ ਮਿਲ ਕੇ ਗੁਰੂ ਦਰਬਾਰ ਦੀ ਮਰਿਆਦਾ ਨੂੰ ਨਿਭਾਉਣ ਦਾ ਯਤਨ ਕਰੀਏ। ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਲੋਕ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਸ 2 ਲਾਈਨਾਂ ਦੇ ਸ਼ਲੋਕ ਵਿੱਚ ਸਾਨੂੰ ਬਹੁਤ ਵੱਡਾ ਇੱਕ ਸੁਨੇਹਾ ਜ਼ਿੰਦਗੀ ਦੇ ਪੱਲੇ ਬੰਨਣ ਲਈ ਦਿੱਤਾ। ਔਰ ਸਤਿਗੁਰੂ ਨੇ ਬੜੇ ਸੰਕੋਚਵੇਂ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਗੱਲ ਬੜੀ ਵੱਡੀ ਸਾਡੇ ਪੱਲੇ ਪਾਈ। ਮੈਂ ਉਸ ਸ਼ਲੋਕ ਨੂੰ ਇੱਕ ਵਾਰੀ ਫਿਰ ਦੁਹਰਾਉਣਾ ਤਾਂ ਕਿ ਸਾਡੇ ਧਿਆਨ ਚ ਆ ਜਾਏ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਟੇਕ ਦਾ ਅਰਥ ਹੈ ਆਸਰਾ। ਜਨਮ ਮਰਨ ਕੀ ਟੇਕ ਪਿਆਰਿਓ, ਸ਼ਬਦ ਸਿੱਖੋ, ਸ਼ਬਦ ਨੂੰ ਪੜ੍ਹੋ, ਸ਼ਬਦ ਨੂੰ ਸਮਝੋ, ਸ਼ਬਦ ਨੂੰ ਜੀਵਨ ਵਿੱਚ ਧਾਰਨ ਕਰੋ। ਮਹਾਰਾਜ ਕਿਉਂ? ਤੇ ਅੱਧੀ ਲਾਈਨ ਚ ਉਹਨਾਂ ਨੇ ਜਵਾਬ ਦਿੱਤਾ, ਜਨਮ ਮਰਨ ਕੀ ਟੇਕ। ਜਨਮ ਤੋਂ ਲੈ ਕੇ ਮਰਨ ਤੱਕ ਇਹ ਸ਼ਬਦ ਗੁਰੂ ਦਾ ਤੁਹਾਡੇ ਜੀਵਨ ਦਾ ਆਧਾਰ ਹੈ, ਟੇਕ ਹੈ, ਆਸਰਾ ਹੈ। ਇਸ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖੋ, ਇਹਨੂੰ ਟੇਕ ਬਣਾ ਕੇ ਰੱਖੋ, ਇਹਨੂੰ ਸਿੱਖੋ। ਮੈਂ ਫਿਰ ਇੱਕ ਵਾਰੀ ਲਾਈਨ ਬੋਲਦਾ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮਹਾਰਾਜ ਜਨਮ ਤੋਂ ਲੈ ਕੇ ਮਰਨ ਤੱਕ ਇਹ ਸ਼ਬਦ ਦੀ ਟੇਕ ਰੱਖ ਲਈਏ ਤਾਂ ਫਿਰ ਅੱਗੇ ਕੀ ਹੋਏਗਾ? ਤੇ ਦੂਜੀ ਲਾਈਨ ਚ ਮਹਾਰਾਜ ਆਖਦੇ ਨੇ, ਮੁਖ ਉਜਲ ਦਾਗ ਨਹੀਂ ਹੋਏਗਾ, ਜੀਵਨ ਸਾਫ ਸੁਥਰਾ ਹੋਏਗਾ, ਉਜਲ ਹੋਏਗਾ। ਮੁਖ ਉਜਲ ਤੇ ਨਾਲ ਕਹਿੰਦੇ ਸਦਾ ਸੁਖੀ। ਜੀਵਨ ਚ ਕਲੇਸ਼ ਨਹੀਂ ਹੋਏਗਾ, ਖਿੱਚ ਧੂ ਨਹੀਂ ਹੋਏਗੀ, ਵਿਕਾਰਾਂ ਦਾ, ਬੁਰਾਈਆਂ ਦਾ, ਔਗਣਾਂ ਦਾ ਪ੍ਰਭਾਵ ਨਹੀਂ ਹੋਏਗਾ। ਸਦਾ ਸੁਖੀ ਨਾਨਕ ਸਿਮਰਤ ਏਕ। ਇੱਕ ਅਕਾਲ ਪੁਰਖ ਨੂੰ ਸਿਮਰਨ ਦੀ ਤੇਰੇ ਅੰਦਰ ਜਾਚ ਆ ਜਾਏਗੀ, ਤੈਨੂੰ ਸਮਝ ਆ ਜਾਏਗੀ, ਤੂੰ ਜੁੜ ਜਾਏਗਾ। ਹੁਣ ਇਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹਦਾ ਮੁੱਢ ਬੰਨਿਆ, ਸਿੱਖੋ ਸ਼ਬਦ। ਤੇ ਸ਼ਬਦ ਸਿੱਖਣ ਦਾ ਸਾਡੇ ਕੋਲ ਸਕੂਲ ਕੀ ਹੈ? ਸ਼ਬਦ ਸਿੱਖਿਆ ਕਿੱਥੇ ਜਾਂਦਾ ਹੈ?
ਸ਼ਬਦ ਦੀ ਟ੍ਰੇਨਿੰਗ ਦਾ, ਸ਼ਬਦ ਨੂੰ ਪੜ੍ਹਨ ਦਾ, ਸਮਝਣ ਦਾ ਸਾਡੇ ਕੋਲ ਸਭ ਤੋਂ ਵੱਡਾ ਥਾਂ ਉਹ ਹੈ ਗੁਰੂ ਦੀ ਸੰਗਤ। ਗੁਰੂ ਦੀ ਸੰਗਤ ਵਿੱਚ ਬੈਠ ਕੇ, ਸਤਿਗੁਰੂ ਦੇ ਕੋਲ ਬਹਿ ਕੇ ਗੁਰੂ ਦੀ ਸੰਗਤ, ਭਾਵ ਜਦੋਂ ਬਾਣੀ ਪੜ੍ਹਦੇ ਆ ਅਸੀਂ ਗੁਰੂ ਦੀ ਸੰਗਤ ਕਰ ਰਹੇ ਹਾਂ। ਘਰ 'ਚ ਸਵੇਰੇ ਤੁਸੀਂ ਬਾਣੀ ਪੜ੍ਹਦੇ ਹੋ, ਸ਼ਾਮ ਨੂੰ ਬਾਣੀ ਪੜ੍ਹਦੇ ਹੋ, ਸਹਿਜ ਪਾਠ ਆਪ ਕਰਦੇ ਹੋ, ਭਾਵ ਅਸੀਂ ਗੁਰੂ ਦੀ ਸੰਗਤ ਕਰ ਰਹੇ ਹਾਂ। ਗੁਰੂ ਦੀ ਸੰਗਤ ਹੀ ਸਭ ਤੋਂ ਵੱਡਾ ਇੱਕ ਤਰੀਕਾ ਹੈ ਇਸ ਸ਼ਬਦ ਨੂੰ ਸਿੱਖਣ ਦਾ। ਸੰਗਤ ਗੁਰੂ ਦੀ ਕਰਨੀ ਹੈ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਨੂੰ ਸਿਖਾਉਣ ਲਈ, ਸ਼ਬਦ ਦੀ ਟੇਕ ਮਨੁੱਖੀ ਜੀਵਨ ਵਿੱਚ ਭਰਨ ਲਈ, ਮਨੁੱਖ, ਇਹ ਸਮਾਜ, ਸਾਡਾ ਆਲਾ ਦੁਆਲਾ ਸ਼ਬਦ ਦੀ ਟੇਕ ਤੇ ਆ ਜਾਏ, ਟੇਕ ਸ਼ਬਦ ਦੀ ਹੋਵੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਲੰਬੇ ਪ੍ਰਚਾਰ ਦੌਰੇ ਕੀਤੇ, ਬੜੇ ਲੰਬੇ ਪ੍ਰਚਾਰ ਦੌਰੇ ਕੀਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਤੁਸੀਂ ਪੜ੍ਹਦੇ, ਸੁਣਦੇ, ਧਿਆਨ ਦਿੱਤਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਜਿੱਥੇ ਵੀ ਗਏ, ਜਿਸ ਵੀ ਥਾਂ ਤੇ ਗਏ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਉੱਥੇ ਗੋਸ਼ਟੀਆਂ ਕਰਦੇ। ਉਹਨਾਂ ਲੰਬੀਆਂ ਚੌੜੀਆਂ ਗੋਸ਼ਟੀਆਂ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬੰਦੇ ਮਰੀਦ ਹੋਏ, ਉਹਨਾਂ ਦੀਆਂ ਸੰਗਤਾਂ ਕਾਇਮ ਕੀਤੀਆਂ। ਮਹਾਰਾਜ ਨੇ ਹਦਾਇਤਾਂ ਦਿੱਤੀਆਂ ਕਿ ਤੁਸੀਂ ਰਲ ਮਿਲ ਕੇ ਇਸ ਸੰਗਤ ਨੂੰ ਕਾਇਮ ਰੱਖਣਾ ਹੈ। ਇਤਿਹਾਸ ਨੂੰ ਪੜ੍ਹੋਗੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਚੋਂ, ਉਹਨਾਂ ਦੀਆਂ ਪ੍ਰਚਾਰ ਫੇਰੀਆਂ ਚੋਂ ਵੀ ਇਹ ਲੱਭ ਜਾਏਗਾ। ਗੁਰੂ ਨਾਨਕ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਚੋਂ ਵੀ ਇਹ ਲੱਭ ਜਾਏਗਾ। ਤੁਹਾਡੇ ਧਿਆਨ ਵਿੱਚ ਹੋਏਗਾ ਤੋਲੰਬੇ ਦੀ ਧਰਤੀ ਤੇ ਜਿਸ ਦਿਨ ਸੱਜਣ ਠੱਗ ਦੇ ਕੋਲ ਗੁਰੂ ਨਾਨਕ ਸਾਹਿਬ ਗਏ ਆ, ਗੁਰੂ ਨਾਨਕ ਸਾਹਿਬ ਨੇ ਸੱਜਣ ਨਾਲ ਜਿਹੜੀ ਵਾਰਤਾ ਕੀਤੀ, ਗੱਲਬਾਤ ਕੀਤੀ, ਉਸ ਗੱਲਬਾਤ ਤੋਂ ਬਾਅਦ ਸੱਜਣ ਦੀ ਸਰਾਂ ਨੂੰ ਹੀ ਪਹਿਲੀ ਧਰਮਸਾਲ ਗੁਰੂ ਨਾਨਕ ਸਾਹਿਬ ਨੇ ਐਲਾਨਿਆ ਸੀ ਕਿ ਇੱਥੇ ਹੀ ਸੰਗਤ ਹੋਏਗੀ, ਇੱਥੇ ਆਈ ਹੋਈ ਸੰਗਤ ਨੂੰ ਸ਼ਬਦ ਦਾ ਉਪਦੇਸ਼ ਸੱਜਣਾ, ਇਹ ਜ਼ਿੰਮੇਵਾਰੀ ਵੀ ਤੇਰੀ ਹੋਏਗੀ, ਤੂੰ ਹੀ ਨਿਭਾਏਗਾ। ਸਰਾਂ ਨੂੰ, ਤਲੰਬੇ ਦੀ ਸਰਾਂ ਨੂੰ ਧਰਮਸਾਲ ਐਲਾਨਿਆ ਔਰ ਉਸ ਧਰਮਸਾਲ ਦਾ ਪ੍ਰਬੰਧਕ, ਉਸ ਧਰਮਸਾਲ ਦਾ ਪ੍ਰਚਾਰਕ ਭਾਈ ਸੱਜਣ ਨੂੰ ਹੀ ਥਾਪਿਆ ਗਿਆ। ਇਦਾਂ ਦੀਆਂ ਸਾਡੇ ਕੋਲ ਬੜੀਆਂ ਗਵਾਹੀਆਂ ਨੇ ਇਤਿਹਾਸ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਉਹਨਾਂ ਨੇ ਇਹ ਸ਼ਬਦ ਵੀ ਵਰਤੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਹੋਂਦ ਵਿੱਚ ਲੈ ਆਉਂਦਾ। ਨਿਰਮਲ ਪੰਥ ਦਾ, ਨਿਰਮਲ ਦਾ ਮਤਲਬ ਹੈ ਜਿਹਦੇ 'ਚ ਕੋਈ ਮੈਲ ਨਹੀਂ, ਜਿਹਦੇ 'ਚ ਕੋਈ ਖੋਟ ਨਹੀਂ, ਜਿਹੜੇ ਉਜਲ ਨੇ, ਪਵਿੱਤਰ ਨੇ, ਸਾਫ਼ ਨੇ, ਜਿਹੜੇ ਸੋਹਣੇ ਹੋ ਚੁੱਕੇ ਆ, ਸ਼ਬਦ ਨਾਲ ਸ਼ਿੰਗਾਰੇ ਜਾ ਚੁੱਕੇ ਆ, ਉਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਨੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ 'ਚੋਂ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਨੇ ਸੰਗਤਾਂ ਕਾਇਮ ਕੀਤੀਆਂ। ਧਰਮਸ਼ਾਲਾਵਾਂ ਦੇ ਉਸ ਵੇਲੇ ਸੰਗਤਾਂ ਨੂੰ ਉਹ ਮੁੱਢ ਬੰਨ੍ਹ ਕੇ ਦਿੱਤਾ ਕਿ ਭਾਈ ਇਸ ਧਰਮਸ਼ਾਲ 'ਚ ਤੁਸੀਂ ਇਸ ਤਰੀਕੇ ਨਾਲ ਬੈਠਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ 'ਚ, ਗੌਰ ਕਰਿਓ ਇਹਦੇ ਧਿਆਨ ਨਾਲ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ 'ਚ ਅਖੀਰਲੇ ਸਮੇਂ 'ਚ ਪ੍ਰਚਾਰ ਫੇਰੀਆਂ ਤੋਂ ਵਿਹਲਿਆਂ ਹੋ ਕੇ ਆਪਣੇ ਜੀਵਨ ਕਾਲ 'ਚ ਗੁਰੂ ਨਾਨਕ ਸਾਹਿਬ ਨੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪਹਿਲੀ ਧਰਮਸਾਲ ਆਪ ਵੀ ਕਾਇਮ ਕੀਤੀ। ਉਹ ਧਰਮਸਾਲ ਸੀ ਕਰਤਾਰਪੁਰ। ਉਹ ਧਰਮਸਾਲ ਸੀ ਕਰਤਾਰਪੁਰ। ਉਸ ਕਰਤਾਰਪੁਰ ਦੇ ਅੰਦਰ ਜਿਹੜਾ ਇਸ ਵੇਲੇ ਰਾਵੀ ਤੋਂ ਪਾਰ ਪਾਕਿਸਤਾਨ ਦੇ ਵਿੱਚ, ਜਿਹਦਾ ਕਦੀ ਰਾਹ ਖੋਲ ਲੈਂਦੇ, ਕਦੀ ਬੰਦ ਕਰ ਲੈਂਦੇ, ਉਹ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਆਖਰੀ ਸਮਾਂ ਉੱਥੇ ਬਤੀਤ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਫੇਰੀਆਂ ਤੋਂ ਵਿਹਲਿਆਂ ਹੋ ਕੇ ਉਹ ਕੇਂਦਰ ਸਥਾਪਿਤ ਕੀਤਾ। ਮਹਾਰਾਜ ਨੇ ਜ਼ਿੰਦਗੀ ਦਾ ਆਖਰੀ ਸਮਾਂ ਉੱਥੇ ਬਤੀਤ ਕੀਤਾ।
इस करतारपुर वाली धर्मशाल च जिहड़ी उस वेले कच्ची सी, ये जिहड़ी कच्ची धर्मशाल बनाई गई, गुरु नानक साहब जी ने जीवन के अखीरले समय च इत्थे रहिंदियां होइयां बड़ियां लंबियां गोष्ठियां कीतियां, जिथे जिथे तक महाराज भारत जां भारत तो बाहर तक जिथे तक भी महाराज जाके आए, बहुत सारे लोग तुरदे फिरदे गाए बगाए करतारपुर धर्मशाल दे विच आउंदे सी और लंबियां चौड़ियां गोष्ठियां गुरु नानक साहब दे नाल करदे रहे। जोगी भी आउंदे रहे बाद विच, पहलां सुमेर पर्वत ते मिले गुरु नानक साहब नूं, फिर वो नानक मते वाले थां ते मिले गुरु नानक साहब नूं, तीजी चर्चा जोगियां दे नाल अचल बटाले विखे होई, तीन चर्चा का जिक्र मिलता है। ये जोगी जिहड़े सुमेर पर्वत वाले जां उन्हां चों जिहड़े नानक मते वाले जदों कदी वो पंजाब आए, वो करतारपुर स्पैशल जाके गुरु नानक साहब जी दे नाल विचार गोष्ठियां दे विच फिर हिस्सा लैंदे रहे। उन्हां दा जिक्र गुरु ग्रंथ साहब दे विच जिक्र है, रामकली पाठ पढ़ोगे तुसीं उहदे चों तुहानूं मिल जाएगा। खैर मैं बेनती कर रहा, गुरु नानक साहब ने अपने जीवन काल च वो धर्मशाल कायम की ते भाई गुरदास जी ने उस धर्मशाल की सवेर शाम की मर्यादा दा, उस धर्मशाल की जिहड़ी रहनी बहनी है दिख है, उसका जिक्र भी भाई गुरदास जी ने अपने शब्दों च किया। भाई गुरदास आखदे है, सोदर आरती गावीए अमृत वेले जाप उचारा। सवेर वेले उत्थे जपजी पढ़िया जा रहा है, शाम को सोदर पढ़िया जा रहा है, भावें कि उस वेले इस रूप जिहड़ा इस वेले साडे कोल मौजूद है उस वेले नहीं सी, कल्ला एक सोदर का शब्द सी, क्योंकि बाद विच इहदे च चौथे पातशाह पंजवें पातशाह जी के शब्द भी आए। आरती भाव गगन में थाल रब चंद दीपक बने, उहदे च चौथे पातशाह जी का एक शब्द भी है सोहले च, एक पंजवें पातशाह जी का भी है, लेकिन उत्थे एक शब्द का जिक्र हो रहा है कि सोदर आरती गावी है अमृत वेले जाप उचार। ये उस धर्मशाल की मर्यादा रही। उत्थे पाठ, ये कीर्तन, ये विचार गुरबाणी के पक्ष तो भाई गुरदास ने इन्ना जिक्र जरूर किया होगा। गुरुद्वारे असल च सिੱਖੀ का सोमा है, गुरुद्वारे सिੱਖੀ का ਸਕੂਲ है। सतगुरु गुरु ग्रंथ साहब जी की बाणी अंदर जो तुसीं ध्यान नाल पढ़ोगे तो महाराज सच्चे पातशाह जी की बाणी अंदर भी इस गल का संकेत मिलता है, मैं 32 सच धर्मशाल है गुरसिखां लैंदा भाल के। मैं सच की धर्मशाल बंधी है, गुरसिखां नूं भाल भाल के इस सच धर्मशाल दे विच मैं इकट्ठियां कर रही हूं। एक थां ते होर महाराज कहते धन गुरु रामदास, वो आखदे राम हम बारिक हर प्रभ के हैं एआणे, असी हरि प्रभु दे अनजान बच्चे हां। राम हम बारिक हर प्रभ के हैं एआणे, धन धन गुर सतगुर पांधा, जिन हर उपदेश दे किए सियाणे। तान्या गुरु पांधा, पांधा हुंदा है मास्टर अध्यापक, गुरु पांधा है और धन है गुरु पांधा जिस पांधे ने हरि अकाल पुरख का उपदेश दे के किए सियाणे, सानू सियाणे कर लिया। एक कितनियां वड्डियां गल्लां ने जिहड़ियां गुरु ग्रंथ साहब जी की बाणी च साडे लई मौजूद है। एक बेनती होर तुहाडे नाल करदा ताकि साडा पहला ही मसला स्पष्ट होवे कि गुरुद्वारे का मकसद की है, साडा असलीयत विच ये सारा तौर तरीका किदां दा है। धर्मशालावां का रूप गुरु साहब ने आप तैयार किया, धर्मशालावां दीयां मर्यादा नूं गुरु साहब जी ने आप कायम किया। अगली बेनती जिहड़ी तुहाडे नाल साझी कर लूँ, सतगुरु गुरु नानक साहब जी तो लैके 10वें पातशाह जी तक, जिथे तुसीं 6वें पातशाह जी 10वें पातशाह जी नूं जंग के मैदान अंदर खलोतियां बहादरी के जौहर विखाउंदियां होइयां भी तकदे हो, उत्थे नाल नाल तुसीं नज़र मार के देखो गुरु नानक साहब जी तो लैके 10वें पातशाह जी तक गुरु साहिबान आप खुद
ਤੁਰ ਫਿਰ ਕੇ ਕਈ ਗੁਰੂ ਸਾਹਿਬਾਨ ਨੇ ਪੰਜਾਬ ਦੇ ਵਿੱਚ, ਔਰ ਕਈ ਗੁਰੂ ਸਾਹਿਬਾਨ ਨੇ ਪੰਜਾਬ ਤੋਂ ਬਾਹਰ ਜਾ ਕੇ ਦੂਰ ਦੁਰਾਡੇ ਤੱਕ ਵੀ ਪ੍ਰਚਾਰ ਕੀਤਾ। ਜਿਹੜੇ ਗੁਰੂ ਸਾਹਿਬ ਦੂਰ ਦੁਰਾਡੇ ਤੱਕ ਗਏ ਉਹਨਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਪੰਜਾਬ ਤੋਂ ਬਾਹਰ, ਗੁਰੂ ਅਮਰਦਾਸ ਹਰਿਦੁਆਰ ਤੱਕ ਗਏ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਮੌਜੂਦ ਹੈ। ਗੁਰੂ ਅਮਰਦਾਸ ਜੀ ਤੋਂ ਬਾਅਦ ਲੰਬੀ ਪ੍ਰਚਾਰ ਫੇਰੀ ਇੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਇੱਕ ਪ੍ਰਚਾਰ ਫੇਰੀ ਗੁਰੂ ਹਰਰਾਏ ਸਾਹਿਬ ਨੇ ਕੀਤੀ। ਗੁਰੂ ਹਰਕ੍ਰਿਸ਼ਨ ਸਾਹਿਬ ਪੰਜਾਬ ਤੋਂ ਜਾ ਕੇ ਦਿੱਲੀ ਤੱਕ ਗਏ। ਗੁਰੂ ਤੇਗ ਬਹਾਦਰ ਸਾਹਿਬ ਪੰਜਾਬ ਤੋਂ ਚੱਲ ਕੇ ਪੂਰਬ ਵਾਲੇ ਹਿੱਸੇ 'ਚ ਜਿਹੜਾ ਅੱਜ ਕੱਲ੍ਹ ਬੰਗਲਾਦੇਸ਼ ਬਣਿਆ ਹੋਇਆ ਢਾਕੇ ਤੱਕ, ਅਸਾਮ ਤੱਕ ਗੁਰੂ ਤੇਗ ਬਹਾਦਰ ਸਾਹਿਬ ਲੰਬੀ ਪ੍ਰਚਾਰ ਫੇਰੀ ਤੇ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੌਂਟੇ ਵਾਲਾ ਹਿੱਸਾ, ਨਾਹਨ ਵਾਲਾ ਹਿੱਸਾ, ਔਰ ਇਧਰੋਂ ਕੁਰਕਸ਼ੇਤਰ ਤੋਂ ਲੰਘਦਿਆਂ ਹੋਇਆਂ ਇਧਰ ਮਾਲਵੇ ਵਾਲਾ ਹਿੱਸਾ, ਇਥੋਂ ਨੰਦੇੜ ਵਾਲੇ ਪਾਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਨੇ ਜਿੰਨਾ ਵੀ ਸਮਾਂ ਮਿਲਿਆ ਉਹਨਾਂ ਨੇ ਵੀ ਸਿੱਖ ਸੰਗਤਾਂ ਨੂੰ ਔਰ ਬਾਕੀ ਲੋਕਾਂ ਨੂੰ ਜਗਾਉਣ ਲਈ, ਉਹਨਾਂ ਸਾਰੇ ਲੋਕਾਂ ਨੂੰ ਇਸ ਅਕਾਲ ਪੁਰਖ ਜੀ ਦੀ ਸ੍ਰਿਸ਼ਟੀ ਦੇ ਅੰਦਰ ਸੋਹਣਾ ਉੱਚਾ ਸੁੱਚਾ ਵਧੀਆ ਜੀਵਨ ਜਿਉਣ ਲਈ, ਸਮਾਜ ਦੀ ਤਸਵੀਰ ਸੋਹਣੀ ਬਣਾਉਣ ਲਈ ਇਹ ਸਾਰੇ ਉਪਦੇਸ਼ ਬਖਸ਼ਿਸ਼ ਕੀਤੇ ਹੋਏ ਹਨ। ਮੈਂ ਬੇਨਤੀ ਕਰਨ ਲੱਗਾ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਮਹਾਰਾਜ ਨੇ ਸਮਾਜ ਵਿੱਚ ਜਾ ਕੇ, ਦੂਰ ਦੁਰਾਡੇ ਜਾ ਕੇ ਕਰਮਕਾਂਡ, ਵਹਿਮ ਭਰਮ, ਪਖੰਡ, ਇਹੋ ਜਿਹਾ ਜਿੰਨਾ ਵੀ ਕੂੜ ਕਬਾੜ ਭਰਿਆ ਹੋਇਆ ਸੀ ਮਹਾਰਾਜ ਨੇ ਸ਼ਬਦ ਦੇ ਰਾਹੀਂ ਉਹ ਸਾਰਾ ਦੂਰ ਕੀਤਾ। ਕਰਾਰੀਆਂ ਚੋਟਾਂ ਕੀਤੀਆਂ। ਕੋਈ ਕਰਮਕਾਂਡ, ਪਖੰਡ, ਵਹਿਮ ਭਰਮ ਜਾਂ ਇੱਥੋਂ ਤੱਕ ਇੱਕ ਅਕਾਲ ਪੁਰਖ ਦੇ ਬਰਾਬਰ ਕੋਈ ਵੀ ਇਦਾਂ ਦੀ ਸ਼ਕਤੀ, ਕੋਈ ਵੀ ਇਦਾਂ ਦਾ ਦੇਵੀ ਦੇਵਤਾ ਜਾਂ ਕੋਈ ਵੀ ਇਦਾਂ ਦਾ ਆਲੇ ਦੁਆਲੇ ਦਾ ਪ੍ਰਭਾਵ ਗੁਰੂ ਸਾਹਿਬ ਨੇ ਪ੍ਰਮਾਣ ਨਹੀਂ ਕੀਤਾ। ਔਰ ਇੱਕ ਵਾਰੀ ਨਹੀਂ, ਪਤਾ ਨਹੀਂ ਕਿੰਨੀ ਵਾਰ ਗੁਰਬਾਣੀ ਦੇ ਵਿੱਚ ਇਹ ਸ਼ਬਦ ਵਰਤਿਆ ਗਿਆ ਕਿ ਤੁਧ ਬਿਨ ਦੂਜਾ ਨਾਹੀ ਕੋਈ, ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ। ਮੈਂ ਤਾਂ ਬੇਨਤੀਆਂ ਤੁਹਾਨੂੰ ਕਰ ਰਿਹਾ ਕਿ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਸ਼ਬਦਾਂ ਦੇ ਰਾਹੀਂ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਆ, ਜ਼ਿੰਦਗੀ ਦਾ, ਸਿੱਖ ਦੀ ਜ਼ਿੰਦਗੀ ਦਾ ਖਾਸ ਕਰਕੇ ਉਹ ਆਧਾਰ ਰਹਿਣੇ ਚਾਹੀਦੇ। ਗੁਰੂ ਸਾਹਿਬ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਸ਼ਹੀਦੀ ਹੋਈ 1716 ਵਿੱਚ, ਉਸ ਤੋਂ ਬਾਅਦ 100 ਸਾਲ, ਧਿਆਨ ਰੱਖਿਓ ਜੀ, 1716 ਵਿੱਚ, 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਏ, 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਦਿੱਲੀ ਵਿੱਚ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਵਿੱਚ ਹੋਈ ਔਰ 1716 ਤੋਂ ਲੈ ਕੇ ਅੰਦਾਜ਼ਾ ਲਾਓ 100 ਸਾਲ ਸਿੱਖਾਂ ਨੇ ਸੰਘਰਸ਼ ਕੀਤਾ। 100 ਸਾਲ ਲਗਾਤਾਰ। ਇਹ 100 ਸਾਲ ਸਿੱਖਾਂ ਨੇ ਟਿਕ ਕੇ ਨਹੀਂ ਵੇਖਿਆ। ਇਸੇ ਸੱਚ ਉਪਦੇਸ਼ ਤੇ ਜਿਉਂਦਿਆਂ, ਗੁਰੂ ਸਾਹਿਬ ਦੀਆਂ ਬਖਸ਼ੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਰਦਿਆਂ, ਭਾਵੇਂ ਉਹਨਾਂ ਨੂੰ ਕਿੰਨਾ ਵੀ ਤਸ਼ੱਦਦ ਸਹਿਣਾ ਪਿਆ, ਦੁੱਖ ਸਹਿਣਾ ਪਿਆ, ਮੁਸ਼ਕਲਾਂ ਸਾਹਮਣੇ ਆਈਆਂ, ਘਰ ਘਾਟ ਛੱਡਣੇ ਪਏ, ਪਰਿਵਾਰਾਂ ਦੇ ਉਜਾੜੇ ਹੋਏ, ਪਰ ਗੁਰੂ ਸ਼ਬਦ ਤੋਂ ਪਾਸੇ ਨਹੀਂ ਹਟੇ, ਪਾਸੇ ਨਹੀਂ ਹਟੇ। 1716 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਹੋਣ ਤੱਕ, 1799 ਤੱਕ, ਤੁਸੀਂ ਅੰਦਾਜ਼ਾ ਲਾਓ। ਇਹ ਬੋਲ ਵੀ ਉਸ ਵੇਲੇ ਦਾ ਹੀ ਹੈ ਜਿਹੜਾ ਸੰਘਰਸ਼ 100 ਸਾਲ ਦਾ ਖੂਨ ਡੋਲਵਾਂ, ਜਿਹਦੇ ਚ ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ, ਸਾਰਾ ਕੁਝ ਵਾਪਰਿਆ। ਇਹ ਬੋਲ ਵੀ ਉਹਨਾਂ ਹੀ ਸਿੱਖਾਂ ਦੇ ਹੈ ਜਿਨ੍ਹਾਂ ਨੇ ਸੰਘਰਸ਼ ਖੂਨ ਡੋਲਵਾਂ ਲੜਿਆ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ।
ਇਹ ਬੋਲ ਵੀ ਉਹਨਾਂ ਬੋਲੇ ਵੀ ਉਹਨਾਂ ਸਿੱਖਾਂ ਦੇ ਘੜੇ ਹੋਏ ਆ। ਮੌਤ ਨੂੰ ਮੁਖੌਲਾ ਕਰਦੇ ਨਜ਼ਰ ਆਉਂਦੇ ਆ, ਭਾਵੇਂ ਕਿ ਸਿਰਾਂ ਦੇ ਮੁੱਲ ਪੈ ਰਹੇ, ਘਰ ਘਾਟ ਉਜਾੜ ਦਿੱਤੇ ਗਏ, ਬਹੁਤ ਬੁਰੀ ਹਾਲਤ ਆਲੇ ਦੁਆਲੇ ਕਰ ਦਿੱਤੀ ਗਈ, ਪਰ ਸਿੱਖ ਆਪਣੇ ਸਿਦਕ ਤੋਂ ਕਦੇ ਨਹੀਂ ਡੋਲੇ। ਗੁਰਬਾਣੀ ਦਾ ਪੱਖ ਜਿਉਂਦਾ ਤਿਉਂ ਰਿਹਾ। ਗੁਰਬਾਣੀ ਦੇ ਉਪਦੇਸ਼ ਸਿੱਖਾਂ ਦਾ ਆਧਾਰ ਸਦਾ ਹੀ ਬਣੇ ਰਹੇ। ਪਰ ਇੱਥੋਂ ਹੁਣ ਮੁੱਢ ਵੱਜਦਾ ਸਾਡਾ। ਸਿੱਖ ਜੰਗਲਾਂ ਦੇ ਵਿੱਚ ਨੇ, ਸਿੱਖ ਲੜਾਈ ਲੜ ਰਹੇ ਨੇ, 100 ਸਾਲ ਇਹਨਾਂ ਨੂੰ ਲਗਾਤਾਰ ਸੰਘਰਸ਼ ਕਰਨਾ ਪਿਆ, ਤੇ ਪਿੱਛੋਂ ਗੁਰਦੁਆਰੇ ਖਾਲੀ ਹੋ ਗਏ। ਜੇ ਤੁਹਾਡੇ 'ਚ ਤੁਸੀਂ ਪੜ੍ਹਿਆ ਹੋਵੇ, ਤੁਹਾਨੂੰ ਯਾਦ ਹੋਵੇ, ਤੁਹਾਡੇ ਧਿਆਨ 'ਚ ਹੋਵੇ, ਤਾਂ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ, ਦਰਬਾਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਨਾ ਜਾਂ ਦਰਬਾਰ ਸਾਹਿਬ ਆ ਕੇ ਸਿੱਖ ਦਾ ਕਿਸੇ ਦਾ ਪ੍ਰਵੇਸ਼ ਕਰਨਾ ਪੂਰੀ ਤਰ੍ਹਾਂ ਪਾਬੰਦੀ ਹੈ। ਮੱਸੇ ਰੰਗੜ ਵਾਲਾ ਕਾਂਡ ਵੀ ਤੁਹਾਨੂੰ ਯਾਦ ਹੀ ਹੈ, ਪੂਰੀ ਤਰ੍ਹਾਂ ਪਾਬੰਦੀ ਹੈ, ਕੋਈ ਸਿੱਖ ਆ ਹੀ ਨਹੀਂ ਸਕਦਾ ਨੇੜੇ ਤੇੜੇ। ਦਰਬਾਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਦਰਬਾਰ ਸਾਹਿਬ ਦੀ ਅਬਦਾਲੀ ਵੱਲੋਂ ਉਡਾ ਦਿੱਤਾ ਗਿਆ, ਸਰੋਵਰ ਪੂਰ ਦਿੱਤਾ ਗਿਆ। ਇਹ ਸਭ ਘਟਨਾਵਾਂ ਇਸੇ ਦੌਰ ਦੀਆਂ ਨੇ। ਮੈਂ ਬੇਨਤੀ ਕਰ ਰਿਹਾ ਕਿ ਜਦੋਂ ਸਿੱਖ ਜੰਗਲਾਂ ਵਿੱਚ ਹੈ, ਜਦੋਂ ਸਿੱਖ ਲੰਬਾ ਸੰਘਰਸ਼ ਲੜ ਰਹੇ ਨੇ, ਗੁਰਦੁਆਰੇ ਖਾਲੀ ਹੈ, ਇਹਨਾਂ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧ ਨੂੰ ਸੰਭਾਲਣ ਲਈ ਉਦਾਸੀ ਅੱਗੇ ਆਏ, ਕੁਝ ਥਾਵਾਂ ਤੇ ਨਿਰਮਲੇ ਅੱਗੇ ਆਏ। ਉਦਾਸੀ ਜਿਹੜੇ ਹੈ, ਉਹਨਾਂ ਦੀ ਦਿੱਖ ਤੇ ਉਹਨਾਂ ਦਾ ਜਿਹੜਾ ਬੋਲ ਚਾਲ ਹੈ, ਉਹ ਸਿੱਖਾਂ ਨਾਲੋਂ ਥੋੜਾ ਫਰਕ ਰੱਖਦਾ ਹੈ। ਗੁਰਦੁਆਰੇ ਦੇ ਵਿੱਚ ਪੁਜਾਰੀ ਆ ਗਏ, ਉਦਾਸੀਆਂ ਨੇ, ਮਹੰਤਾਂ ਨੇ ਪ੍ਰਬੰਧ ਨੂੰ ਸੰਭਾਲਿਆ, ਲੇਕਿਨ ਇਹ ਜਿਹੜਾ ਪ੍ਰਬੰਧ ਉਸ 100 ਸਾਲ ਦੇ ਵਕਫੇ ਦੇ ਵਿੱਚ ਉਦਾਸੀਆਂ ਮਹੰਤਾਂ ਨੇ ਸੰਭਾਲਿਆ, ਇਹਨਾਂ ਨੇ ਸਹਿਜ ਜੋ ਇਹਨਾਂ ਨੇ ਪੜ੍ਹਿਆ ਸੀ ਬਨਾਰਸ ਵਾਲਾ, ਉਹ ਸਹਿਜ ਗੁਰਦੁਆਰਿਆਂ ਦੇ ਵਿੱਚ ਵੀ ਸ਼ਾਮਲ ਹੋਇਆ, ਗੁਰਦੁਆਰਿਆਂ 'ਚ ਵੀ ਸ਼ਾਮਲ ਹੋਇਆ। ਕੁਝ ਸੀ ਲੋੜਾਂ, ਕੁਝ ਸੀ ਦੇਖਾ ਦੇਖੀ ਦੇ ਆਲੇ ਦੁਆਲੇ ਦੇ ਪ੍ਰਭਾਵ ਦੇ ਕਾਰਨ। ਤੁਹਾਡੇ ਧਿਆਨ ਵਿੱਚ ਹੋਏਗਾ, ਦਰਬਾਰ ਸਾਹਿਬ ਦੀ ਪਰਿਕਰਮਾ ਮੂਰਤੀਆਂ ਨਾਲ ਭਰ ਦਿੱਤੀ ਗਈ ਸੀ। 1905 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1849 ਦੇ ਵਿੱਚ ਅੰਗਰੇਜ਼ਾਂ ਨੇ ਸਮਾਪਤ ਕਰ ਦਿੱਤਾ। 1839 ਚ ਮਹਾਰਾਜਾ ਚੜ੍ਹਾਈ ਕਰ ਗਿਆ। 1849 ਦੇ ਵਿੱਚ 10 ਸਾਲ ਬਾਅਦ ਪੰਜਾਬ ਪੂਰੀ ਤਰ੍ਹਾਂ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ। ਹੁਣ ਇਹ ਜਿਹੜਾ ਦੌਰ ਹੈ, ਇਸ ਦੌਰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਬੀਤਣ ਤੋਂ ਬਾਅਦ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੂਰਤੀਆਂ ਵੀ ਆਈਆਂ। ਸਿੰਘ ਸਭਾ ਲਹਿਰ 1873 ਵਿੱਚ ਸ਼ੁਰੂ ਹੁੰਦੀ ਹੈ। 1873 ਫਿਰ 1879 ਦੇ ਵਿੱਚ ਦੂਜੀ ਸਿੰਘ ਸਭਾ ਫਿਰ ਪੈਦਾ ਹੁੰਦੀ ਹੈ। ਸਿੰਘ ਸਭਾ ਨੇ ਸਮਾਜ ਵਿੱਚ ਜਾਗਰਤੀ ਲਿਆਂਦੀ ਔਰ 1905 ਵਿੱਚ ਉਸ ਆਈ ਜਾਗਰਤੀ ਦੇ ਕਾਰਨ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚੋਂ ਭਾਈ ਕਾਹਨ ਸਿੰਘ ਨਾਭਾ ਔਰ ਇਹਨਾਂ ਸਾਰੇ ਗੁਰਸਿੱਖਾਂ ਦੀ ਮਿਲਵੀਂ ਜੁਲਵੀਂ ਸਾਂਝੀ ਮਿਹਨਤ ਸਦਕਾ ਅੰਮ੍ਰਿਤਸਰ ਦੇ ਡੀਸੀ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚੋਂ ਉਹ ਮੂਰਤੀਆਂ ਚੁੱਕੀਆਂ ਗਈਆਂ। ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਜੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੂਰਤੀਆਂ ਆਈਆਂ ਤਾਂ ਬਾਕੀ ਗੁਰਦੁਆਰਿਆਂ ਦਾ ਕੀ ਹਾਲ ਹੋਇਆ ਹੋਵੇਗਾ। ਬਾਕੀ ਗੁਰਦੁਆਰਿਆਂ ਦੇ ਵਿੱਚ ਕੀ ਕੁਝ ਹੋਰ ਭਰਿਆ ਗਿਆ ਹੋਵੇਗਾ, ਕਿਹੜੀ ਗੱਲ ਕਿੱਦਾਂ, ਕਿਉਂਕਿ ਉਦਾਸੀਆਂ ਦਾ ਕੰਮ ਸਿਰਫ ਇੰਨਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ, ਗੁਰਦੁਆਰਿਆਂ ਦਾ ਪ੍ਰਬੰਧ ਜਿੰਨਾ ਕੁ ਹੈਗਾ ਕਿ ਦੀਵਾ ਜਗਦਾ ਰਹੇ, ਗੁਰਦੁਆਰੇ ਖੁੱਲੇ ਰਹਿਣ। ਬਾਕੀ ਗੁਰੂ ਸਿਧਾਂਤ, ਗੁਰੂ ਉਪਦੇਸ਼, ਬਾਣੀ ਕੀ ਕਹਿੰਦੀ ਹੈ ਜਾਂ ਗੁਰੂ ਸਾਹਿਬ ਦਾ ਫਲਸਫਾ ਕੀ ਸੀ, ਉਹਨਾਂ ਦੇ ਪੂਰਨੇ ਕੀ ਸੀ, ਇਹਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਸੀ। ਸਹਿਜ
ਗੁਰੂ ਨਾਨਕ ਸਾਹਿਬ ਜੀ ਦੀਆਂ ਪੈਦਾ ਕੀਤੀਆਂ ਹੋਈਆਂ ਇਹ ਧਰਮਸ਼ਾਲਾਵਾਂ ਦੇ ਅੰਦਰ ਮਨਮਤ ਨੇ ਡੇਰਾ ਸ਼ੁਰੂ ਕੀਤਾ। ਇੱਥੇ ਬਸ ਨਹੀਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਦਬਦਬਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਸਿੱਖ ਜੰਗਲਾਂ ਵਿੱਚ ਸੀ, ਜੁਝਾਰੂ ਸੀ, ਪੂਰੀ ਤਰ੍ਹਾਂ ਦਬਦਬਾ ਸੀ, ਮਿਸਲਾਂ ਦਾ ਪੂਰਾ ਜ਼ੋਰ ਸੀ। ਉਦਾਸੀ ਮਨਮਤ ਤਾਂ ਗੁਰਦੁਆਰਿਆਂ 'ਚ ਕਰਦੇ ਰਹੇ, ਇਹ ਸ਼ੰਖ ਵੀ ਵਜਾਉਂਦੇ ਰਹੇ, ਇਹ ਜੋਤਾਂ ਵੀ ਜਗਾਉਣ ਲੱਗ ਗਏ, ਇਹਨਾਂ ਨੇ ਮੂਰਤੀਆਂ ਵੀ ਸਥਾਪਿਤ ਕਰ ਲਈਆਂ, ਇਹਨਾਂ ਨੇ ਆਰਤੀਆਂ ਵੀ ਸ਼ੁਰੂ ਕਰ ਲਈਆਂ, ਬਥੇਰਾ ਪਖੰਡ ਗੁਰਦੁਆਰਿਆਂ 'ਚ ਵੜ ਗਿਆ। ਪਰ ਸਿੱਖਾਂ ਦੇ ਦਬਦਬਾ ਦੇ ਕਾਰਨ ਗੁਰਦੁਆਰਿਆਂ ਦੇ ਅੰਦਰ ਅਜੇ ਉਹ ਖਰਾਬੀਆਂ ਸ਼ੁਰੂ ਨਹੀਂ ਹੋਈਆਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਅੰਗਰੇਜ਼ਾਂ ਦੇ ਟਾਈਮ ਤੇ ਇਹਨਾਂ ਮਹੰਤਾਂ ਨੂੰ ਹੱਲਾਸ਼ੇਰੀ ਮਿਲੀ। ਗੁਰਦੁਆਰਿਆਂ ਦੇ ਨਾਮ ਮਹਾਰਾਜਾ ਰਣਜੀਤ ਸਿੰਘ ਨੇ ਜ਼ਮੀਨਾਂ ਜਾਇਦਾਦਾਂ ਵਾਧੂ ਲਵਾਈਆਂ ਸੀ, ਆਮਦਨ ਬਹੁਤ ਸੀ। ਉਹ ਆਮਦਨ ਵੀ ਮਹੰਤਾਂ ਦੀ ਹੋ ਗਈ, ਪੀੜ੍ਹੀ ਦਰ ਪੀੜ੍ਹੀ, ਪਿਓ ਮਰ ਗਿਆ, ਪੋਤਾ ਆ ਗਿਆ, ਪੁੱਤ ਮਰ ਗਿਆ, ਅਗਲਾ ਆ ਗਿਆ। ਇਹ ਪੀੜ੍ਹੀ ਦਰ ਪੀੜ੍ਹੀ ਜਿਹੜਾ ਸਿਲਸਿਲਾ ਉਹਨਾਂ ਦਾ ਚੱਲਿਆ। ਮਹੰਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀਆਂ ਇਤਿਹਾਸਕ ਸਥਾਨਾਂ ਦੇ ਨਾਲ ਜਾਇਦਾਦਾਂ ਲਵਾਈਆਂ, ਜਿਹੜੀ ਉਹਨਾਂ ਗੁਰਦੁਆਰਿਆਂ ਦੇ ਨਾਂ ਨਾਲ ਜ਼ਗੀਰ ਲੱਗ ਗਈ, ਰਾਜ ਸਮਾਪਤ ਹੋ ਗਿਆ, ਅੰਗਰੇਜ਼ਾਂ ਦਾ ਰਾਜ ਆ ਗਿਆ। ਅੰਗਰੇਜ਼ਾਂ ਨੇ ਸਿੱਖਾਂ ਨੂੰ ਕਾਬੂ ਕਰਨ ਲਈ ਸਭ ਤੋਂ ਪਹਿਲਾਂ ਗੁਰਦੁਆਰਿਆਂ 'ਚ ਕਾਬਜ ਮਹੰਤਾਂ ਨੂੰ ਕਾਬੂ ਕੀਤਾ, ਖੁੱਲ੍ਹ ਦੇ ਦਿੱਤੀ, ਵਰਤੋਂ ਖੁੱਲੇ ਹੋ ਗਏ, ਕੋਈ ਪੁੱਛ ਪੜਤਾਲ ਨਹੀਂ ਕਰੇਗਾ, ਕੋਈ ਤੁਹਾਡੇ ਵੱਲ ਵੇਖੇਗਾ ਨਹੀਂ, ਸਰਕਾਰ ਤੁਹਾਡੇ ਨਾਲ ਹੈ। ਹੱਲਾਸ਼ੇਰੀ ਦੇ ਦਿੱਤੀ ਗਈ। ਔਰ ਇੱਕ ਨਹੀਂ ਗੁਰੂ ਪਿਆਰਿਓ, ਤੁਸੀਂ ਸਾਰੇ ਜਿੰਨੇ ਵੀ ਬੈਠੇ ਹੋ ਪੜ੍ਹ ਕੇ ਦੇਖ ਲਿਓ, ਕੱਲਾ ਨਨਕਾਣਾ ਸਾਹਿਬ ਨਹੀਂ, तमाम ਇਤਿਹਾਸਕ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਇਹ ਸੰਘਰਸ਼ ਲੜਨਾ ਹੀ ਪਿਆ। ਮੈਂ ਤੁਹਾਨੂੰ ਪਹਿਲਾਂ ਇੱਕ ਡੇਟ ਯਾਦ ਕਰਵਾਈ ਹੈ, 1873 ਸਿੰਘ ਸਭਾ ਲਹਿਰ ਦੀ ਸ਼ੁਰੂਆਤ 1905 ਵਿੱਚ, 1873 ਵਿੱਚ ਸ਼ੁਰੂ ਹੋਈ, 1905 ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਮੂਰਤੀਆਂ ਚੁੱਕੀਆਂ ਗਈਆਂ। ਦਰਬਾਰ ਸਾਹਿਬ ਦੇ ਅੰਦਰ ਨੀਵੀਆਂ ਜਾਤੀਆਂ ਦੇ ਕੜਾਹ ਪ੍ਰਸ਼ਾਦ ਔਰ ਪ੍ਰਵੇਸ਼ ਦੇ ਉੱਤੇ ਪਾਬੰਦੀ ਸੀ। ਸਿੰਘ ਸਭਾ ਦੀ ਦੇਣ ਸਦਕਾ ਦਰਬਾਰ ਸਾਹਿਬ ਦੇ ਅੰਦਰ ਇਹ ਵੀ ਪਰੰਪਰਾ ਸ਼ੁਰੂ ਕਰਵਾਈ ਕਿ ਜਿਨ੍ਹਾਂ ਨੂੰ ਤੁਸੀਂ ਦਲਿਤ ਕਹਿ ਰਹੇ ਹੋ, ਇਹਨਾਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਹੋਵੇ ਤੇ ਇਹਨਾਂ ਵੱਲੋਂ ਅਰਦਾਸ ਵੀ ਜਿਹੜੀ ਆ ਦਰਬਾਰ ਸਾਹਿਬ ਦੇ ਅੰਦਰ ਹੋਵੇ। ਇਸ ਪਾਬੰਦੀ ਨੂੰ ਤੋੜਿਆ ਗਿਆ। ਸਿੰਘ ਸਭਾ ਦੀ ਬਦੌਲਤ 5 ਵਿੱਚ ਮੂਰਤੀਆਂ ਚੁੱਕੀਆਂ ਗਈਆਂ। ਸਿੰਘ ਸਭਾ ਦੀ ਵੱਲੋਂ ਪੈਦਾ ਕੀਤੀ ਜਾਗਰਤੀ ਦੇ ਸਦਕਾ ਸਮਾਜ ਦੇ ਅੰਦਰ ਇੱਕ ਹਲਚਲ ਪੈਦਾ ਹੋਈ। ਸਿੱਖਾਂ ਨੇ ਬਾਣੀ ਨੂੰ ਆਪ ਪੜ੍ਹਿਆ, ਇਤਿਹਾਸ ਨੂੰ ਧਿਆਨ ਨਾਲ ਪੜ੍ਹਿਆ। ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਦਿਨ ਰਾਤ ਇਹਨਾਂ ਨੇ ਕੰਮ ਕੀਤਾ। ਇਹਨਾਂ ਦੇ ਹੋਰ ਸਾਥੀ ਵੀ ਸੀ, ਪਰ ਇਹਨਾਂ ਦੋ ਸੱਜਣਾ ਨੇ ਦਿਨ ਰਾਤ ਇੱਕ ਕਰ ਦਿੱਤਾ। ਔਰ ਯਾਦ ਕਰੋ, 1873 ਦੇ ਵਿੱਚ ਸ਼ੁਰੂ ਹੋਈ ਸਿੰਘ ਸਭਾ ਲਹਿਰ ਤੇ 1920 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਜਾਂਦੀ ਹੈ। ਇਹ ਸਿੰਘ ਸਭਾ ਦੀ ਬਦੌਲਤ ਸੀ। ਗੁਰਦੁਆਰਾ ਸੁਧਾਰ ਲਹਿਰ ਤਰਨਤਾਰਨ ਦੇ ਮਹੰਤਾਂ ਨੂੰ ਉਥੋਂ ਕੱਢਣ ਲਈ, ਕਿਉਂਕਿ ਤਰਨਤਾਰਨ ਦੇ ਮਹੰਤ ਵੀ ਬਦ ਚੱਲਣੀਆਂ ਕਰ ਰਹੇ ਸੀ ਗੁਰਦੁਆਰੇ ਦੇ ਅੰਦਰ, ਉਹਨਾਂ ਨੂੰ ਕੱਢਣ ਲਈ ਇੱਕ ਜਥਾ ਜਿਹੜਾ ਤਰਨਤਾਰਨ ਦੇ ਗੁਰਦੁਆਰੇ ਵੱਲ ਨੂੰ ਜਾ ਰਿਹਾ ਸੀ। ਤਰਨਤਾਰਨ ਦੇ ਮਹੰਤਾਂ ਨੇ ਅਚਾਨਕ ਹੀ ਮਿੱਥੀ ਹੋਈ, ਗਿਣੀ ਹੋਈ ਸਾਜ਼ਿਸ਼ ਦੇ ਤਹਿਤ ਇਸ ਸ਼ਾਂਤਮਈ ਜਥੇ ਦੇ ਉੱਤੇ ਹਮਲਾ ਕੀਤਾ। ਇਹਨਾਂ ਦੀ ਵੱਢ ਟੁੱਕ ਕੀਤੀ। ਉਹਦੇ ਚੋਂ 2 ਸਿੱਖ, ਇੱਕ ਤਾਂ ਭਾਈ ਹਜ਼ਾਰਾ ਸਿੰਘ ਔਰ ਇੱਕ ਹੋਰ ਭਾਈ ਦੇ ਨਾਲ, ਇਹ 2 ਸਿੱਖ ਉੱਥੇ ਸ਼ਹੀਦ ਹੋਏ ਤਰਨਤਾਰਨ ਦੇ ਮਹੰਤਾਂ ਦੀ ਇਸ ਕਾਇਰਤਾ ਕਾਰਨ ਜੋ ਉਹਨਾਂ ਨੇ ਹਮਲਾ ਕੀਤਾ। ਇਸ ਤੋਂ ਬਾਅਦ ਨਨਕਾਣਾ ਸਾਹਿਬ ਦਾ ਇੱਕ ਉਹ ਦ੍ਰਿਸ਼ ਸਿੱਖਾਂ ਦੇ ਸਾਹਮਣੇ ਆਉਂਦਾ ਹੈ। 1917 ਵਿੱਚ ਮਹੰਤ ਨਰੈਣ ਦਾਸ ਨੇ ਲਾਹੌਰ ਤੋਂ ਇੱਕ ਵੇਸ਼ਵਾ ਨੂੰ ਸੱਦ ਕੇ
ਉਹਦਾ ਮੁਜਰਾ ਨਨਕਾਣਾ ਸਾਹਿਬ ਦੀ ਹਦੂਦ ਅੰਦਰ ਕਰਵਾਇਆ 1917 ਵਿੱਚ। ਸਿੱਖਾਂ ਨੇ ਬੜਾ ਵਿਰੋਧ ਕੀਤਾ, ਖੂਨ ਦੇ ਹੰਝੂ ਵਹਾਏ, ਬੜਾ ਰੌਲਾ ਰੱਪਾ ਪਾਇਆ, ਪਰ ਮਹੰਤ ਆਪਣੀ ਤਾਕਤ ਦੇ ਬਲ ਉੱਤੇ ਬੈਠਾ ਹੈ। ਮਹੰਤ ਨੂੰ ਸਰਕਾਰ ਦੀ ਸ਼ਹਿ ਹੈ, ਬਾਕੀ ਲੋਕਾਂ ਦੀ ਸੁਣੀ ਨਹੀਂ ਜਾ ਰਹੀ। ਮਹੰਤ ਨੇ ਮਨਮਾਨੀ ਕੀਤੀ, ਮੁਜਰਾ ਕਰਵਾਇਆ, ਵਿਰੋਧ ਹੋਇਆ, ਪਰ ਕੋਈ ਟਸ ਤੋਂ ਮਸ ਨਹੀਂ ਹੋਇਆ। ਇਹ 1917 ਦੀ ਗੱਲ ਹੈ। 1917 ਤੋਂ ਬਾਅਦ ਇੱਕ ਘਟਨਾ ਉਸੇ ਨਨਕਾਣਾ ਸਾਹਿਬ ਦੇ ਸਥਾਨ ਤੇ ਹੋਰ ਵਾਪਰਦੀ ਹੈ। ਇੱਕ ਸਿੰਧੀ ਪਰਿਵਾਰ ਦੇ ਉੱਥੇ ਮੱਥਾ ਟੇਕਣ ਆਉਣ ਤੇ ਉਹਨਾਂ ਦੀ ਬੱਚੀ ਦੇ ਨਾਲ ਦੁਸ਼ਕਰਮ ਮਹੰਤ ਵੱਲੋਂ ਕੀਤਾ ਗਿਆ। ਇਹ ਦੂਜੀ ਘਟਨਾ ਸੀ। ਜੜਾਂ ਵਾਲੇ ਤੋਂ 7 ਬੀਬੀਆਂ ਇਕੱਠੀਆਂ ਹੋ ਕੇ ਨਨਕਾਣਾ ਸਾਹਿਬ ਮੱਥਾ ਟੇਕਣ ਜਾਂਦੀਆਂ। ਉਹਨਾਂ 7 ਬੀਬੀਆਂ ਨੂੰ ਅਗਵਾ ਕਰਕੇ ਤੇ ਉਹਨਾਂ ਨਾਲ ਵੀ ਬਦ ਚੱਲਣੀ ਮਹੰਤ ਦੇ ਬੰਦਿਆਂ ਵੱਲੋਂ ਇਸ ਤੋਂ ਬਾਅਦ ਕੀਤੀ ਗਈ। ਇਹ ਲਗਾਤਾਰ ਦੀਆਂ ਘਟਨਾਵਾਂ। ਮਹੰਤ ਸ਼ਰਾਬ ਪੀਂਦਾ, ਮਹੰਤ ਨੇ ਨਜਾਇਜ਼ ਇੱਕ ਵੇਸ਼ਵਾ ਦੇ ਨਾਲ ਸੰਬੰਧ ਰੱਖੇ ਹੋਏ, ਔਰ ਇਹੋ ਜਿਹਾ ਬਦ ਚੱਲਣ ਬੰਦਾ ਨਨਕਾਣਾ ਸਾਹਿਬ ਦੇ ਉਸ ਪਵਿੱਤਰ ਸਥਾਨ ਦਾ ਪ੍ਰਬੰਧਕ ਤੇ ਮੁਖੀਆ ਬਣ ਕੇ ਬੈਠਾ। ਸਿੱਖਾਂ ਦੇ ਅੰਦਰ ਰੋਹ ਸੀ, ਇਹ ਟਲਦਾ ਨਹੀਂ ਪਿਆ, ਇਹ ਹਟਦਾ ਨਹੀਂ ਪਿਆ। ਕਈ ਵਾਰ ਇਹਦੇ ਨਾਲ ਮੀਟਿੰਗਾਂ ਕੀਤੀਆਂ, ਕਈ ਵਾਰ ਗੱਲਬਾਤ ਕਰਨ ਦਾ ਤਰੀਕਾ ਬਣਾਇਆ, ਪਰ ਹਰ ਵਾਰ ਮਹੰਤ ਦੌੜ ਜਾਂਦਾ ਰਿਹਾ, ਮੀਟਿੰਗ ਵਿੱਚ ਨਹੀਂ ਆਇਆ। ਇਹ ਆਪਣੇ ਬੰਦੇ ਭੇਜਦਾ ਰਿਹਾ। ਐਨ ਮੌਕੇ ਤੇ ਮਹੰਤ ਨੇ ਜਿੰਨੀ ਵਾਰ ਵੀ ਸਿੱਖਾਂ ਨਾਲ ਗੱਲਬਾਤ ਦਾ ਇਹ ਜ਼ਰੀਆ ਬਣਿਆ, ਉਨੀ ਵਾਰ ਹੀ ਮਹੰਤ ਆਨਾਕਾਨੀ ਕਰਦਾ ਰਿਹਾ। ਇੱਕ ਵੱਡਾ ਇਕੱਠ ਧਾਰੋਵਾਲੀ ਵਿੱਚ ਹੋਇਆ। ਧਾਰੋਵਾਲੀ ਵਿੱਚ ਵੱਡਾ ਇਕੱਠ ਸਿੱਖਾਂ ਦਾ ਕਰਕੇ ਤੇ ਇਹ ਸਾਰਾ ਕੁਝ ਸਿੱਖਾਂ ਦੇ ਸਾਹਮਣੇ ਵਿਚਾਰ ਦੇ ਰੂਪ ਵਿੱਚ ਰੱਖਿਆ ਗਿਆ ਕਿ ਆਹ ਕੁਝ ਹੋ ਰਿਹਾ, ਕੀ ਕਰਨਾ ਚਾਹੀਦਾ। ਲੰਬੀ ਚੌੜੀ ਵਿਚਾਰ ਤੋਂ ਬਾਅਦ ਅਖੀਰ ਇੱਥੇ ਤੱਕ ਗੱਲ ਆਈ ਕਿ ਜੇ ਮਹੰਤ ਸੁਧਰਨ ਲਈ ਤਿਆਰ ਨਹੀਂ, ਜੇ ਗੱਲਬਾਤ ਲਈ ਵੀ ਤਿਆਰ ਨਹੀਂ, ਤਾਂ ਫਿਰ ਸਾਡਾ ਇਹ ਹੱਕ ਬਣਦਾ ਹੈ, ਸਾਨੂੰ ਗੁਰੂ ਸਾਹਿਬ ਨੇ ਇਹ ਪੂਰਨੇ ਪਾਏ ਹੈ, ਜੇ ਕੋਈ ਵੀ ਦਲੀਲ ਅਪੀਲ ਕਿਸੇ ਪਾਸਿਓਂ ਨਹੀਂ ਚੱਲਦੀ ਤਾਂ ਨਨਕਾਣਾ ਸਾਹਿਬ ਦਾ ਪ੍ਰਬੰਧ ਪੰਥ ਨੂੰ ਆਪਣੇ ਹੱਥ ਵਿੱਚ ਲੈ ਲੈਣਾ ਚਾਹੀਦਾ। ਜਦੋਂ ਇਹ ਸਲਾਹ ਮਸ਼ਵਰਾ ਹੋਇਆ, ਮਹੰਤ ਨੂੰ ਵੀ ਖਬਰ ਪਹੁੰਚੀ। ਇਹਦੇ ਵਿਚਕਾਰ ਇੱਕ ਗੱਲਬਾਤ ਦਾ ਫਿਰ ਤੌਰ ਤਰੀਕਾ ਬਣਾਇਆ ਗਿਆ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋਵੇ, ਪਰ ਮਹੰਤ ਉਹਦੇ ਵਿੱਚ ਵੀ ਨਹੀਂ ਆਇਆ। ਸਿੱਖ ਗਏ ਪਰ ਮਹੰਤ ਨਹੀਂ ਆਇਆ। ਮਹੰਤ ਨੇ ਇੱਕ ਥਾਂ ਤੇ ਆਪਣੇ ਬੰਦੇ ਭੇਜੇ, ਦੂਜੇ ਥਾਂ ਦੇ ਉੱਤੇ ਆਨਾਕਾਨੀ ਕਰ ਦਿੱਤੀ, ਮਹੰਤ ਲਾਹੌਰ ਮਿਲੇਗਾ, ਇੱਥੇ ਨਹੀਂ ਮਿਲੇਗਾ। ਸਿੱਖਾਂ ਨੇ ਫਿਰ ਇੱਕ ਦ੍ਰਿੜ ਇਰਾਦਾ ਬਣਾ ਲਿਆ ਕਿ ਗੱਲਬਾਤ ਦਾ ਤਰੀਕਾ ਵੀ ਛੱਡ ਦਿਓ, ਹੁਣ ਗੱਲਬਾਤ ਵੀ ਨਹੀਂ ਹੋਏਗੀ, ਹੁਣ ਸਿੱਧਾ ਪ੍ਰਬੰਧ ਹੱਥ ਵਿੱਚ ਲਿਆ ਜਾਏਗਾ। ਔਰ ਇਹ ਰੋਸ ਤੁਸੀਂ ਅੰਦਾਜ਼ਾ ਲਾਓ। ਇੱਕ ਬੇਨਤੀ ਹੋਰ ਤੁਹਾਡੇ ਸਾਹਮਣੇ ਲਗਾਤਾਰ, ਤੁਸੀਂ ਅੰਦਾਜ਼ਾ ਲਾਓ ਕਿ ਕੱਲੀ ਅੰਗਰੇਜ਼ ਸਰਕਾਰ ਦੀ ਸ਼ਹਿਰ ਵਾਲੀ ਮੰਤ ਬੈਠਾ ਸੀ। ਕਿਉਂ ਜੀ? ਕੱਲੀ ਸਰਕਾਰ ਦੀ ਸ਼ਹਿਰ ਵਾਲੀ ਮੰਤ ਚੱਲ ਰਿਹਾ ਸੀ। ਕੀ ਮੰਤ ਨੂੰ ਮੱਥਾ ਟੇਕਣ ਵਾਲੇ ਨਾ ਹੋਣਗੇ? ਭੇਟਾ ਪੂਜਾ ਕੌਣ ਚੜ੍ਹਦਾ ਸੀ ਮੰਤ ਨੂੰ? ਮੰਤ ਆਖਰ ਜੇ ਉੱਥੇ ਬੈਠਾ ਆ, ਮਹੰਤ ਦੇ ਨਾਲ ਕਿੰਨੇ ਲੋਕਾਂ ਦੀਆਂ ਸਾਂਝਾਂ ਹੋਣਗੀਆਂ, ਕਿੰਨੇ ਪਰਿਵਾਰ ਜਿਵੇਂ ਅੱਜ ਦੇ ਡੇਰੇਦਾਰਾਂ ਦੇ ਸਾਹਮਣੇ ਹੱਥ ਜੋੜ ਜੋੜ ਕੇ ਲੰਮੇ ਪੈ ਪੈ ਮੱਥੇ ਟੇਕਦੇ ਫਿਰਦੇ ਆ, ਮੰਤ ਨਾਲ ਨਾ ਹੋਣਗੇ ਇਦਾਂ ਦੇ ਲੋਕ? ਕਿੰਨੀ ਵੱਡੀ ਗਿਣਤੀ ਦੇ ਅੰਦਰ ਇਹ ਸਾਰਾ ਸਿਲਸਿਲਾ ਹੋਏਗਾ। ਔਰ ਜਦੋਂ ਸਿੰਘ ਸਭਾ ਦਾ ਇਤਿਹਾਸ ਪੜ੍ਹਦੇ ਹੋ, ਸਿੰਘ ਸਭਾ ਲਹਿਰ ਦਾ ਇਤਿਹਾਸ ਪੜ੍ਹਦੇ ਹੋ, ਉਦੋਂ ਕਈ ਵਾਰ ਰੋਣ ਆਉਂਦਾ ਹੈ। ਗਿਆਨੀ ਦਿੱਤ ਸਿੰਘ ਏਡਾ ਵੱਡਾ ਵਿਦਵਾਨ, ਇੰਨਾ ਪੜ੍ਹਿਆ ਲਿਖਿਆ, ਪੰਜਾਬੀ ਦਾ ਪਹਿਲਾ ਪ੍ਰੈਸ ਚਲਾਉਣ ਵਾਲਾ ਬੰਦਾ ਗਿਆਨੀ ਦਿੱਤ ਸਿੰਘ, ਕਿੰਨੀਆਂ ਉਹਨੇ ਕਿਤਾਬਾਂ ਲਿਖੀਆਂ
ਜਿਹੜਾ ਸਾਨੂੰ ਪਤਾ ਵੀ ਨਹੀਂ, ਅਸੀਂ ਪੜ੍ਹਦੇ ਵੀ ਨਹੀਂ। ਉਹ ਗਿਆਨੀ ਦਿੱਤ ਸਿੰਘ ਜੇ ਗੁਰਦੁਆਰੇ 'ਚ ਜਾਂਦਾ ਤੇ ਬਹੁਤ ਸਾਰਿਆਂ ਗੁਰਦੁਆਰਿਆਂ 'ਚ ਗਿਆਨੀ ਦਿੱਤ ਸਿੰਘ ਨਾਲ ਸਲੂਕ ਪਤਾ ਕੀ ਹੁੰਦਾ? ਤੂੰ ਨੀਵੀਂ ਜਾਂਦਾ, ਲੈਕਚਰ ਕਰਨਾ ਹੈ ਘਰ, ਕੜਾ ਪ੍ਰਸ਼ਾਦ ਤੈਨੂੰ ਉਹ ਜੋੜਿਆਂ 'ਚ ਮਿਲੇਗਾ। ਗਿਆਨੀ ਦਿੱਤ ਸਿੰਘ ਦਾ ਲੈਕਚਰ ਤਾਂ ਗੁਰਦੁਆਰੇ 'ਚ ਹੋ ਜਾਂਦਾ, ਲੇਕਿਨ ਕੜਾ ਪ੍ਰਸ਼ਾਦ ਉਹਨੂੰ ਬਾਹਰ ਜੋੜਿਆਂ 'ਚ ਬਹਿ ਕੇ ਹੀ ਮਿਲਦਾ। ਆਖਰ ਗੁਰਦੁਆਰਿਆਂ ਦਾ ਪ੍ਰਬੰਧ ਕਿਹਦੇ ਕੋਲ ਸੀ? ਗਿਆਨੀ ਦਿੱਤ ਸਿੰਘ ਵਰਗੇ ਉਸ ਵਿਦਵਾਨ ਦੀ ਇਹ ਹਾਲਤ ਕੌਣ ਕਰ ਰਿਹਾ? ਉੱਥੇ ਸੰਗਤ ਨਹੀਂ ਸੀ ਗੁਰਦੁਆਰਿਆਂ 'ਚ। ਕੋਈ ਬੰਦਾ ਸਵਾਲ ਕਿਉਂ ਨਹੀਂ ਕਰ ਰਿਹਾ? ਕੋਈ ਬੰਦਾ ਪੁੱਛ ਦੱਸ ਕਿਉਂ ਨਹੀਂ ਰਿਹਾ? ਕੋਈ ਬੰਦਾ ਹਿੱਲ ਕਿਉਂ ਨਹੀਂ ਰਿਹਾ? ਫਿਰ ਉਹ ਵੀ ਸਮਾਂ ਆਇਆ ਜਦੋਂ 1897 ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ। ਕਿਉਂ? ਕਾਰਨ 1995 ਚ 1897 ਦੇ ਵਿੱਚ ਉਹਨੂੰ ਛੇਕਿਆ ਗਿਆ। 100 ਸਾਲ ਬਾਅਦ, ਉਹਦੇ ਮਰਨ ਤੋਂ 100 ਸਾਲ ਬਾਅਦ, ਪ੍ਰੋਫੈਸਰ ਗੁਰਮੁਖ ਸਿੰਘ ਦੇ 100 ਸਾਲ ਮਰਨ ਤੋਂ ਬਾਅਦ 1995 ਦੇ ਵਿੱਚ ਉਦੋਂ ਦਾ ਜਾਰੀ ਕੀਤਾ ਹੋਇਆ ਹੁਕਮਨਾਮਾ ਵਾਪਸ ਲਿਆ ਗਿਆ। 1995 ਚ ਮਾਫੀ ਮੰਗੀ, ਮਰਨ ਤੋਂ 100 ਸਾਲ ਬਾਅਦ। ਇਹ ਸਾਡੇ ਪੰਥ ਦਾ ਹਾਲ ਹੈ, ਇਹ ਸਾਡੇ ਲੋਕਾਂ ਦਾ ਹਾਲ ਹੈ, ਇਹ ਸਾਡੇ ਵਿਦਵਾਨਾਂ ਦੀ ਕਦਰ ਹੈ। ਇੰਨਾ ਕੁ ਅਸੀਂ ਜਾਣ ਪਛਾਣ ਕਰਦੇ ਹਾਂ, ਇੰਨਾ ਕੁ ਸਾਡੇ ਅੰਦਰ ਇੱਕ ਦੂਜੇ ਦੇ ਪ੍ਰਤੀ ਸਤਿਕਾਰ ਤੇ ਮਾਣ ਹੈ। ਅੱਜ ਵੀ ਇਹੀ ਕੁਛ ਹੈ। ਜਿਹੜਾ ਵੀ ਬੰਦਾ, ਅੱਜ ਵੀ ਵੇਖੋ, ਜਿਹੜਾ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਸਿਧਾਂਤ ਦਾ ਡੰਕਾ ਵਜਾਏਗਾ, ਜਿਹੜਾ ਬੰਦਾ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦੇ ਪਖੰਡ ਨੂੰ, ਵਹਿਮਾਂ ਭਰਮਾਂ ਨੂੰ, ਡੇਰਾਵਾਦ ਨੂੰ ਰੱਦ ਕਰੇਗਾ, ਅੱਜ ਵੀ ਇਹੀ ਹਾਲ ਹੈ। ਅੱਜ ਘਟ ਗਿਆ ਕਿ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਤਰਨ ਤਾਰਨ ਦਾ ਕਬਜ਼ਾ ਲਿਆ ਗਿਆ, ਅੰਮ੍ਰਿਤਸਰ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅੰਦਰ ਆ ਗਿਆ, ਸਹਿਜ ਸਹਿਜ ਕਈ ਗੁਰਦੁਆਰਿਆਂ ਦਾ ਪ੍ਰਬੰਧ ਹੋਇਆ। ਨਨਕਾਣਾ ਸਾਹਿਬ ਵਾਲਾ ਉਹ ਮਸਲਾ ਜਿਹੜਾ ਹੈ, ਉਹਦੇ ਪ੍ਰਤੀ ਸਿੱਖ ਲਗਾਤਾਰ ਚਿੰਤਾ ਕਰ ਰਹੇ ਨੇ, ਵਿਚਾਰ ਕਰ ਰਹੇ ਨੇ, ਵਿਉਂਤ ਬਣਾ ਰਹੇ ਨੇ। ਸਿੱਖਾਂ ਨੇ ਇੱਕ ਵਿਉਂਤ ਬਣਾਈ ਕਿ ਮਾਰਚ ਮਹੀਨੇ ਵਿੱਚ ਇੱਕ ਵੱਡਾ ਇਕੱਠ ਨਨਕਾਣਾ ਸਾਹਿਬ ਵਿੱਚ ਕੀਤਾ ਜਾਏ ਤੇ ਉਹ ਇਕੱਠ ਕਰਕੇ ਤੇ ਨਨਕਾਣਾ ਸਾਹਿਬ ਦਾ ਪੂਰਾ ਪ੍ਰਬੰਧ ਪੰਥ ਆਪਣੇ ਹੱਥ ਵਿੱਚ ਲੈ ਲਵੇ। ਹੁਣ ਮਹੰਤ ਨੇ ਆਪਣਾ ਜਾਲ ਬੁਣਨਾ ਸ਼ੁਰੂ ਕੀਤਾ। ਮਹੰਤ ਨੇ ਤਿਆਰੀ ਇਹ ਸ਼ੁਰੂ ਕੀਤੀ ਕਿ ਜਦੋਂ ਮਾਰਚ ਵਿੱਚ ਇਹ ਇਕੱਠ ਕਰਨਾ ਤੇ ਇਸ ਇਕੱਠ ਦੇ ਉੱਤੇ ਇੱਕ ਡਟਵਾਂ ਹਮਲਾ ਕੀਤਾ ਜਾਏ, ਵੱਡ ਫੱਟ ਹੋਵੇ, ਕੁੱਟਮਾਰ ਹੋਵੇ, ਬੰਦੇ ਖਦੇੜ ਦਿੱਤੇ ਜਾਣ, ਮਾਰ ਦਿੱਤੇ ਜਾਣ। ਮਹੰਤ ਨੇ ਉਹ ਸਾਰਾ ਪ੍ਰਬੰਧ ਕਰਨਾ ਸ਼ੁਰੂ ਕੀਤਾ। ਨਾਲ ਨਾਲ ਕਦੀ ਕਦਾਈ ਗੱਲਬਾਤ ਤੇ ਸੁਲਾਹ ਲਈ ਵਿੱਚੋਂ ਯਤਨ ਕਰਦਾ ਰਿਹਾ ਤਾਂ ਕਿ ਕੀਤੀ ਜਾ ਰਹੀ ਤਿਆਰੀ ਵੱਲ ਧਿਆਨ ਨਾ ਜਾਵੇ। ਸਿੱਖ ਵਿਚਾਰ ਕਰਨ ਵੱਲ ਜ਼ੋਰ ਲਾਉਂਦੇ ਰਹੇ, ਮਹੰਤ ਆਪਣੀ ਤਿਆਰੀ ਤੇ ਜ਼ੋਰ ਲਾਉਂਦਾ ਰਿਹਾ। ਮਹੰਤ ਨੇ ਚੰਗੇ 10 ਨੰਬਰੀਏ ਬਦਮਾਸ਼ਾਂ ਦੇ ਨਾਲ, ਜਿਹਦਾ ਉਹਦਾ ਗੰਢ ਤੁੱਕ ਸੀ, ਉਹਨਾਂ ਨੂੰ ਨਨਕਾਣਾ ਸਾਹਿਬ ਵਿੱਚ ਲੈ ਆਉਂਦਾ। ਸ਼ਰਾਬਾਂ ਪਿਆਈਆਂ, ਬਹੁਤ ਸਾਰੇ ਇਹੋ ਜਿਹੇ ਲੁਟੇਰੇ ਕਿਸਮ ਦੇ ਬੰਦੇ, ਕਈ ਕਤਲਾਂ ਦੇ ਵਿੱਚ ਜਿਹੜੇ ਭਾਗੀਦਾਰ ਬੰਦੇ ਆ, ਉਹਨਾਂ ਨੂੰ ਬੁਲਾ ਕੇ ਨਨਕਾਣਾ ਸਾਹਿਬ ਦੀ ਹਦੂਦ ਅੰਦਰ ਉਹਨੇ ਹਥਿਆਰਾਂ ਦਾ, ਬਰੂਦ ਦਾ, ਤੇਲ ਦਾ ਇਹ ਸਾਰਾ ਪ੍ਰਬੰਧ ਕਰ ਲਿਆ। ਹੁਣ ਸਿੱਖਾਂ ਨੇ ਮਾਰਚ ਵਿੱਚ ਇਕੱਠ ਕਰਨਾ ਸੀ, ਇਹ ਆਪਣੀ ਤਿਆਰੀ ਵਿੱਚ ਲੱਗਾ ਸੀ। ਭਲਾ ਹੋਇਆ ਕਿ ਵੱਡਾ ਇਕੱਠ ਮਾਰਚ ਵਿੱਚ ਹੋਣ ਦੀ ਬਜਾਏ ਇੱਕ ਜਥਾ ਸਰਦਾਰ ਲਛਮਣ ਸਿੰਘ ਧਾਰੋਵਾਲ ਉਹਦੀ ਅਗਵਾਈ ਦੇ ਅੰਦਰ ਇਹ ਵਿਉਂਤਬੰਦੀ ਕਰਕੇ ਤੇ ਇਹ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਨਿਕਲ ਤੁਰਿਆ। ਹੁਣ ਸਲਾਹ ਤਾਂ ਕਰਤਾਰ ਸਿੰਘ ਝੱਬਰ ਨਾਲ ਕਰਕੇ ਇਹ ਸਾਰਾ ਮਸਲਾ ਬਣਾ ਲਿਆ ਗਿਆ,
लेकिन विचों एक वियोंत ये भी सी कि अजे ननकाना साहब के अंदर जाके किसी भी तरह की कोई हिलजुल ना की जाए ताकि महंत को कोई मौका ना मिले, तकड़े हथी करड़े हथी लिया जाए। पर विचकार सुनेहे का गैब रह गया। पूरी तरह सुनेहा लक्ष्मण सिंह धारोवाल तक नहीं पहुंचया। वो अपना जथा लैके पहुंच गया। जदों ननकाना साहब के बिल्कुल नेड़े पहुंच गया, अद्धा मील बाकी रह गया, उदों उन्होंने सुनेहा मिलिया कि पंथ का हुक्म है कि ननकाना साहब के अंदर ना जाया जाए। और लक्ष्मण सिंह धारोवाल ने एक ही लफ्ज वरत्या कि मैं अरदासा सोच चुका, अरदास हो चुकी है, अरदास तो बाद हुण वापस मुड़ना यह संभव नहीं है। जे अरदास तो पहला तुहाडा सुनेहा मुड़दा मिलदा तां असीं वापस मुड़न बारे सोच सकते सी। हुण अरदास हो चुकी है, इस करके असीं ननकाना साहब के अंदर जावांगे, दर्शन करांगे। हुण मर जाइए जां वापस आइए, इहदे नाल साडा कोई मसला नहीं, अरदास कर लई असीं जावांगे। सरदार लक्ष्मण सिंह अपने जथे दे समेत अंदर गया। जिवें लक्ष्मण सिंह जथे दे समेत अंदर दाखिल होया, महंत की तैयारी सी, महंत ने प्रबंध किया होया सी। जिवें ही अंदर दाखिल होए, महंत ने इशारा किया और आले दुआले तो गुंडियां ने गोलियां चलाउणियां शुरू की। सरदार लक्ष्मण सिंह गुरु ग्रंथ साहब की ताबिया बैठा सी। एक गोली गुरु ग्रंथ साहब जी की भीड़ विच वजी, दूजी लक्ष्मण सिंह दे जा वजी। पर लक्ष्मण सिंह अडोल उस तरह बैठा रहा। गोलियां लगातार चलदियां रहियां। आखिर इस तो मसला हट के अगे होर वधिया। महंत ने सब दरवाजे बंद करके, दर्शन ड्योढ़ी का दरवाजा बंद करके, महंत ने गुंडियां नूं हेठां उतार दिता। उन्हां गुंडियां ने ननकाना साहब जन्म स्थान का वो दरवाजा तोड़ के अंदर शांतमई कीर्तन कर रहे सिखां नूं गंडासियां दे नाल वढना शुरू कर दिता, गोलियां मारनियां शुरू कर दित्तियां। बड़ा बुरी तरह धू घड़ीस के उदां ही उन्हां लहू चौंदियां नूं बाहर धोया गया, खिंचिया गया। उन्हां दे विच छोटा बच्चा एक दरबारा सिंह भी है, जिहड़ा इन्हां महंतां तो अजे बचिया है, पर आखिर वो बच्चा भी बच ना सकिया। थोड़ा जिहा खड़ाक होण ते महंतां ने बंदियां ने उन्होंने भी अंदरों कढ के उस ही बलदी चिखा दे अंदर जिथे अग बलदी है उहदे विच सुट दिता गया जिउंदे। जदों ये सारा कतलेआम होया, वढ कट होई, ये वढ कट तो बाद महंत ने अगला पैतड़ा चुनिया। जिन्नियां भी लाशां जिथे भी मिलदियां, जिस भी शरीर नालों कोई लत्त कटी गई, बांह कटी गई, सिर कटिया गया, जिथे जो भी मिलता है ये सारा इकट्ठा करो, इन्हूं एक ढेर दे उत्ते इकट्ठियां करके अग ला दो। हुण बंदे ज्यादा सन, गिणती जिहड़ी मिलती है वो 150 है, लकड़ां घट सन। इन्हां ने वो लकड़ा रख के बाकी जो मिट्टी का तेल प्रबंध किया होया सी वो सारा पा के उन्हां लाशां नूं इकट्ठियां करके ते इन्हां ने अग लाई। उहदे जो मैं रात भी पढ़ रहा सा, 3 सिख जिहड़े है जदों अग लगी, वो 3 सिख हौसला करके उहदे विचों जख्मी हालत विच भज्जण दे विच उन्हां ने अपनी कोशिश की, पर महंत दे बंदियां ने उन्हां नूं फिर कुटमार करके दोबारा उवें ही उस हालत में उस बलदी अग में सुट दिता। सरदार लक्ष्मण सिंह नूं जख्मी हालत में घड़ीस के बाहर कढ़ के लत्तां उपर बन के जण दे नाल थल्लेओं जिउंदे नूं उहनूं अग ला दित्ती गई, जिउंदे। मेरा सिर्फ एक सवाल है, महंत नरैणू उत्थों का प्रबंधक है, सरदार लक्ष्मण सिंह की गुनाह कर रहे हैं, गलती की है?
ਜਿਹੜੇ ਉਹਦੇ ਨਾਲ ਗਏ ਹੋਏ ਜਥੇ ਦੇ ਬਾਕੀ ਲੋਕ ਨੇ ਉਹਨਾਂ ਦਾ ਕੀ ਗੁਨਾਹ ਹੈ? ਸਿਰਫ ਇੰਨਾ ਹੀ ਹੈ ਨਾ ਕਿ ਗੁਰਦੁਆਰੇ ਦਾ ਪ੍ਰਬੰਧ ਠੀਕ ਠਾਕ ਹੋਵੇ, ਗੁਰਦੁਆਰੇ ਦਾ ਪ੍ਰਬੰਧ ਵਧੀਆ ਹੋਵੇ, ਗੁਰੂ ਦੇ ਹੁਕਮਾਂ ਮੁਤਾਬਕ ਹੋਵੇ, ਮਰਿਆਦਾ ਇਹਦੀ ਗੁਰੂ ਮੁਤਾਬਕ ਹੋਵੇ, ਇੰਨਾ ਹੀ ਹੈ ਨਾ, ਹੋਰ ਤੇ ਕੁਝ ਨਹੀਂ ਨਾ। ਨਾ ਸਿੱਖ ਮਹੰਤ ਕੋਲੋਂ ਕੁਝ ਮੰਗਦੇ ਸਨ, ਨਾ ਉਹਨਾਂ ਨੂੰ ਚਾਹੀਦਾ ਸੀ। ਸਿੱਖ ਚਾਹੁੰਦੇ ਸੀ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ, ਗੁਰਦੁਆਰਾ ਸਾਹਿਬ ਦੀ ਮਰਿਆਦਾ ਗੁਰਦੁਆਰਾ ਸਾਹਿਬ ਵਾਂਗੂ ਹੀ ਰਵੇ। ਪਰ ਮਹੰਤ ਇਹਨਾਂ ਵਿਰੋਧ ਕਰਨ ਵਾਲੇ ਸਿੱਖਾਂ ਨੂੰ ਜਿਉਂਦਾ ਹੀ ਨਹੀਂ ਸੀ ਵੇਖਣਾ ਚਾਹੁੰਦਾ। ਜੋ ਹਾਲ ਉਹਨੇ ਕੀਤਾ ਤੁਹਾਡੇ ਸਾਹਮਣੇ। ਹੁਣ ਜਦੋਂ ਇਹ ਸਾਰਾ ਵਰਤਾਰਾ ਵਰਤ ਗਿਆ ਤੇ ਇੱਕਦਮ ਆਲੇ ਦੁਆਲੇ ਖਬਰ ਅੱਗ ਵਾਂਗ ਫੈਲੀ। ਮਹੰਤ ਆਪਣਾ ਪ੍ਰਬੰਧ ਕਰ ਰਿਹਾ ਸੀ ਕਿ ਸਾਰੇ ਸਰੀਰਾਂ ਨੂੰ ਇਕੱਠਿਆਂ ਕਰਕੇ ਜਿੰਨਾ ਵੀ ਹੋ ਸਕਦਾ ਜਿਵੇਂ ਵੀ ਇਹਨੂੰ ਸੰਭਾਲ ਦਿੱਤਾ ਜਾਏ, ਅੱਗ ਲਾ ਦਿੱਤੀ ਜਾਏ। ਤੇ ਬਾਹਰ ਅੱਗ ਵਾਂਗ ਫੈਲੀ ਹੋਈ ਖਬਰ ਦੇ ਕਾਰਨ ਵੱਡੀ ਗਿਣਤੀ ਦੇ ਅੰਦਰ ਆਲੇ ਦੁਆਲੇ ਤੋਂ ਹੋਰ ਸਿੱਖ ਸੰਗਤਾਂ ਵੀ ਇਕੱਠੀਆਂ ਹੋ ਗਈਆਂ। ਕਰਤਾਰ ਸਿੰਘ ਝੱਬਰ ਵੀ ਆਪਣੇ ਜਥੇ ਦੇ ਸਮੇਤ ਉੱਥੋਂ ਤੱਕ ਪਹੁੰਚ ਚੁੱਕਾ ਹੈ। ਵੱਡੀ ਗਿਣਤੀ 'ਚ ਸਿੱਖ ਇਕੱਠੇ ਹੋਏ। ਉਨੀ ਦੇਰ ਤੱਕ ਪੁਲਿਸ ਨੇ ਵੀ ਗੁਰਦੁਆਰੇ ਨੂੰ ਘੇਰਾ ਪਾਇਆ, ਕੁਝ ਫੌਜ ਵੀ ਅੰਗਰੇਜ਼ੀ ਲੱਗੀ ਹੋਈ ਹੈ। ਸਿੱਖਾਂ ਨੇ ਡੀਸੀ ਨੂੰ ਇੱਕੋ ਹੀ ਗੱਲ ਕਹੀ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਣਾ ਚਾਹੁੰਦੇ ਹਾਂ, ਸਾਡੇ ਕੰਮ ਵਿੱਚ ਵਿਘਨ ਨਾ ਪਾਓ। ਡੀਸੀ ਲਮਕਾਉਣਾ ਚਾਹੁੰਦਾ ਸੀ ਕਿ ਇਹ ਅੱਜ ਦੀ ਰਾਤ ਨਿਪਟ ਜਾਏ ਤੇ ਕੱਲ ਤੱਕ ਹੋਰ ਫੌਜ ਤੇ ਪੁਲਿਸ ਦਾ ਪ੍ਰਬੰਧ ਕਰਕੇ ਤੇ ਫੇਰ ਨਜਿੱਠਿਆ ਜਾਏ। ਪਰ ਕਰਤਾਰ ਸਿੰਘ ਝੱਬਰ ਨੇ ਡੀਸੀ ਦੀ ਪੇਸ਼ ਨਾ ਜਾਣ ਦਿੱਤੀ, ਦਲੀਲ ਨਾਲ ਗੱਲ ਕਰਦਾ ਰਿਹਾ। ਡੀਸੀ ਵਾਰ-ਵਾਰ ਨਿਰੁੱਤਰ ਹੁੰਦਾ ਰਿਹਾ ਔਰ ਡੀਸੀ ਦੇ ਸਾਹਮਣੇ ਜਦੋਂ ਕੋਈ ਰਾਹ ਨਾ ਰਹਿ ਗਿਆ ਤਾਂ ਡੀਸੀ ਨੇ ਇੱਕ ਸ਼ਬਦ ਕਿਹਾ, ਝੱਬਰ ਸਾਹਿਬ ਆਪ ਕਿਆ ਚਾਹਤੇ ਹੋ? ਤੇ ਝੱਬਰ ਨੇ ਕਿਹਾ ਸੀ, ਅਸੀਂ ਤੁਹਾਡੇ ਕੋਲੋਂ ਕੁਝ ਨਹੀਂ ਚਾਹੁੰਦੇ, ਸਿਰਫ ਇਹ ਹੀ ਚਾਹੁੰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਇੱਕ ਵਾਰੀ ਸਾਨੂੰ ਮੱਥਾ ਟੇਕਣ ਦਿਓ। ਡੀਸੀ ਨਹੀਂ ਸੀ ਚਾਹੁੰਦਾ ਕਿ ਸਿੱਖਾਂ ਨੂੰ ਅੰਦਰ ਦਾਖਲ ਹੋਣ ਦਿੱਤਾ ਜਾਏ। ਕਰਤਾਰ ਸਿੰਘ ਝੱਬਰ ਆਪਣੇ ਥਾਂ ਤੇ ਅੜਿਆ ਸੀ ਔਰ ਅਡਿੱਗ ਸੀ। ਅਖੀਰ ਡੀਸੀ ਨੂੰ ਝੁਕਣਾ ਪਿਆ। ਸਿੱਖਾਂ ਦੇ ਰੋਹ ਦੇ ਸਾਹਮਣੇ ਜਦੋਂ ਡੀਸੀ ਝੁਕਿਆ ਤਾਂ ਉਹਨਾਂ ਨੇ ਕਿਹਾ ਅਸੀਂ ਚਾਬੀਆਂ ਦੇਣ ਲਈ ਕਿਹਾ। ਕਰਤਾਰ ਸਿੰਘ ਝੱਬਰ ਨੇ ਕਿਹਾ ਕੋਈ ਅਧਿਕਾਰੀ ਨਹੀਂ, ਡੀਸੀ ਖੁਦ ਆਪਣੀਆਂ ਚਾਬੀਆਂ ਦੇ ਇਹ ਸਾਡੇ ਹਵਾਲੇ ਕਰੇ। ਡੀਸੀ ਨੇ ਚਾਬੀਆਂ ਕਰਤਾਰ ਸਿੰਘ ਝੱਬਰ ਨੂੰ ਦਿੱਤੀਆਂ, ਨਾਲ ਲਿਖ ਕੇ ਦਿੱਤਾ ਕਿ ਇਹ ਪ੍ਰਬੰਧ ਤੁਹਾਡੇ ਹਵਾਲੇ ਕੀਤਾ ਜਾ ਰਿਹਾ ਹੈ। ਜਦੋਂ ਚਾਬੀਆਂ ਹੱਥ ਵਿੱਚ ਆਈਆਂ, ਕਰਤਾਰ ਸਿੰਘ ਝੱਬਰ ਨੇ ਘੋੜੇ ਤੇ ਚੜ੍ਹ ਕੇ ਇਦਾਂ ਚਾਬੀਆਂ ਹਿਲਾ ਕੇ ਇਕੱਠੀ ਹੋਈ ਸਿੱਖ ਸੰਗਤ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਚਾਬੀਆਂ ਮਿਲ ਚੁੱਕੀਆਂ, ਥੋੜੀ ਦੇਰ ਸਬਰ ਰੱਖ ਕੇ ਲਿਖਤੀ ਤੌਰ ਤੇ ਕਰਵਾ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਾਂਗੇ। ਦੂਜਾ ਮਸਲਾ ਸੀ ਅੰਦਰ ਫੌਜ ਤੇ ਪੁਲਿਸ ਦਾ ਪ੍ਰਬੰਧ ਹੈ, ਡੀਸੀ ਨੇ ਉਹਨਾਂ ਨੂੰ ਹਟਾਉਣਾ ਹੈ। ਫੌਜ ਤੇ ਪੁਲਿਸ ਜਿਵੇਂ ਹੀ ਪਾਸੇ ਹਟਦੀ ਹੈ ਆਪਾਂ ਅੰਦਰ ਜਾ ਕੇ ਮੱਥਾ ਟੇਕਾਂਗੇ। ਹੁਣ ਅਗਲਾ ਦ੍ਰਿਸ਼ ਦੇਖਿਓ, ਫੌਜ ਤੇ ਪੁਲਿਸ ਜਿਵੇਂ ਪਾਸੇ ਹਟੀ, ਸਿੱਖ ਸੰਗਤਾਂ ਨੇ ਦਰਵਾਜ਼ਾ ਖੋਲ੍ਹਿਆ। ਉਸੇ ਤਰ੍ਹਾਂ ਭੁੱਬਾਂ ਮਾਰਦੇ ਹੋਏ ਗਿੱਲੀਆਂ ਅੱਖਾਂ ਦੇ ਨਾਲ ਵੈਰਾਗਮਈ ਉਸੇ ਹਾਲਤ ਵਿੱਚ ਸਿੱਖ ਅੰਦਰ ਦਾਖਲ ਹੋਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਭੀੜ 'ਚ ਗੋਲੀ ਲੱਗੀ ਹੋਈ ਹੈ। ਉਸੇ ਹਾਲਤ ਵਿੱਚ ਸਿੱਖਾਂ ਨੇ ਨਮਸਕਾਰ ਕੀਤੀ ਔਰ ਜਦੋਂ ਬਾਹਰ ਨਿਕਲੇ ਆਲਾ ਦੁਆਲਾ ਦੇਖਿਆ ਤਾਂ ਬੜਾ ਦਰਦਨਾਕ ਹਾਲਾਤ ਸੀ। ਨਨਕਾਣਾ ਸਾਹਿਬ ਦਾ ਆਲਾ ਦੁਆਲਾ ਖੂਨ ਨਾਲ ਰੰਗਿਆ ਹੋਇਆ ਸੀ। ਕਿਤੇ ਕਿਸੇ ਦੀ ਕੋਈ ਲੱਤ ਪਈ ਹੈ, ਕੋਈ ਬਾਂਹ ਪਈ ਹੈ, ਕੁਝ ਹੱਡੀਆਂ ਦੇ ਟੁਕੜੇ ਪਏ ਨੇ, ਕੁਝ ਮਾਸ ਦੇ ਟੁਕੜੇ ਪਏ ਨੇ। ਸਿੱਖਾਂ ਨੇ ਟੋਕਰਾ ਲੈ ਕੇ ਉਹ ਸਾਰੀਆਂ ਬੋਟੀਆਂ ਜਿਹੜੀਆਂ ਖਿਲਰੀਆਂ ਪਈਆਂ ਸੀ ਜਾਂ ਹੱਡੀਆਂ ਦੇ ਟੁਕੜੇ ਸੀ, ਜਿਹੜੇ ਵੀ ਅੱਗ ਜਿੱਥੋਂ ਵੀ ਮਿਲੇ
ਉਹ ਸਹਿਜ ਸਹਿਜ ਟੋਕਰਿਆਂ ਦੇ ਵਿੱਚ ਇਕੱਠੇ ਕੀਤੇ। 3 ਟੋਕਰੇ ਇਹਨਾਂ ਨੇ ਉਹ ਸਾਰੇ ਮਾਸ ਦੇ ਤੇ ਨੁਕੀਆਂ ਨਿੱਕੀਆਂ ਹੱਡੀਆਂ ਦੇ ਇਕੱਠੇ ਕੀਤੇ। 3 ਟੋਕਰੇ। ਉਹ ਜਿਹੜੀਆਂ ਅੱਧ ਜਲੀਆਂ ਲਾਸ਼ਾਂ ਮੌਜੂਦ ਸੀ, ਉਹਨਾਂ ਸਾਰਿਆਂ ਸਰੀਰਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ। 21 ਫਰਵਰੀ ਨੂੰ 20 ਦਾ ਇਹ ਸਾਕ ਹੈ। 21 ਫਰਵਰੀ ਨੂੰ ਸਿੱਖ ਸੰਗਤਾਂ ਨੇ ਹੰਝੂ ਵਹਾਉਂਦਿਆਂ ਹੋਇਆਂ ਉਹਨਾਂ ਸਾਰੇ ਸਮੂਹ ਸ਼ਹੀਦਾਂ ਦਾ, ਉਹਨਾਂ ਦੇ ਸਾਰੇ ਮਾਸ ਤੇ ਹੱਡੀਆਂ ਦੇ ਟੁਕੜਿਆਂ ਨੂੰ ਇਕੱਠਿਆਂ ਕਰਕੇ ਇੱਕ ਥਾਂ ਤੇ ਨਨਕਾਣਾ ਸਾਹਿਬ ਦੇ ਉਸ ਪਵਿੱਤਰ ਹਦੂਦ ਦੇ ਅੰਦਰ ਇਕੱਠਿਆਂ ਸੰਸਕਾਰ ਕੀਤਾ। ਔਰ ਜਦੋਂ ਇਹ ਸੰਸਕਾਰ ਹੋ ਰਿਹਾ, ਜਿਨ੍ਹਾਂ ਨੂੰ ਪਾਠ ਆਉਂਦਾ ਪਾਠ ਕਰ ਰਹੇ ਨੇ, ਜਿਨ੍ਹਾਂ ਨੂੰ ਪਾਠ ਨਹੀਂ ਆਉਂਦਾ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਉੱਥੇ ਬੈਠ ਕੇ ਉਹ ਬਾਲਵਈ ਵੱਡੀ ਚਿਖਾ ਦੇ ਨੇੜੇ ਬਹਿ ਕੇ ਸਾਡਿਆਂ ਉਹਨਾਂ ਬਜ਼ੁਰਗਾਂ ਨੇ ਇੱਕ ਸੁਪਨਾ ਲਿਆ ਕਿ ਨਨਕਾਣਾ ਸਾਹਿਬ ਦਾ ਪ੍ਰਬੰਧ ਤਾਂ ਤੁਹਾਡੇ ਹੱਥ ਵਿੱਚ ਆ ਗਿਆ। ਅੱਜ ਵੱਡਾ ਅੜਿੱਕਾ ਮਹੰਤ ਨਰੈਣ ਦਾਸ ਵਾਲਾ ਇਹ ਵੀ ਕੱਢ ਦਿੱਤਾ ਗਿਆ। ਗੁਰਦੁਆਰੇ ਤਾਂ ਆਜ਼ਾਦ ਕਰਵਾ ਲੈ, ਹੁਣ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਅੱਗੋਂ ਕਿੱਦਾਂ ਚੱਲੇਗਾ? ਬਕਾਇਦਾ ਉੱਥੇ ਇੱਕ ਮਿਸ਼ਨਰੀ ਸੁਸਾਇਟੀ ਤਿਆਰ ਕੀਤੀ ਗਈ ਚਿਖਾ ਦੇ ਕੋਲ ਬੈਠ ਕੇ, ਔਰ ਉਸ ਮਿਸ਼ਨਰੀ ਸੁਸਾਇਟੀ ਨੇ ਅਗਲਾ ਕਦਮ ਚੁੱਕਿਆ 1927 ਦੇ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਜਿਹੜਾ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਹੈ। ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨਨਕਾਣਾ ਸਾਹਿਬ ਦੇ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ 1927 ਵਿੱਚ ਸ਼ੁਰੂ ਹੋਇਆ। ਸਿੱਖ ਰਹਿਤ ਮਰਜ਼ਾਦਾ 1932 ਦੇ ਵਿੱਚ ਬਣਨੀ ਸ਼ੁਰੂ ਹੋਈ। 1932 ਦੇ ਵਿੱਚ ਕਿ ਗੁਰਦੁਆਰਿਆਂ ਦਾ ਪ੍ਰਬੰਧ ਇਕਸਾਰ ਇੱਕੋ ਜਿਹਾ ਕਰ ਦਿੱਤਾ ਜਾਏ। ਤੁਸੀਂ ਅੰਦਾਜ਼ਾ ਲਾਓ, ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਲਈ, ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਕਰਨ ਲਈ, ਗੁਰਦੁਆਰਿਆਂ ਦੇ ਅੰਦਰ ਗੁਰੂ ਉਪਦੇਸ਼ ਦੀ ਰਖਵਾਲੀ ਕਰਨ ਲਈ ਕਿੱਡੀ ਵੱਡੀ ਕੀਮਤ ਸਿੱਖਾਂ ਨੂੰ ਉਤਾਰਨੀ ਪਈ। ਪਰ ਸਿੱਖਾਂ ਨੇ ਜਿੰਨੇ ਵੀ ਮੋਰਚੇ ਲਾਏ ਸ਼ਾਂਤਮਈ, ਭਾਵੇਂ ਉਹ ਨਨਕਾਣਾ ਸਾਹਿਬ ਦਾ ਸਾਕਾ ਸੀ, ਭਾਵੇਂ ਉਹ ਤਰਨਤਾਰਨ ਦਾ ਸਾਕਾ ਸੀ, ਭਾਵੇਂ ਉਹ ਜੈਤੋ ਦਾ ਮੋਰਚਾ ਸੀ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਸੀ, ਸ਼ਾਂਤਮਈ। ਸਰਕਾਰ ਨੇ ਜਾਂ ਮਹੰਤ ਦੇ ਗੁੰਡਿਆਂ ਵਰਗੇ ਲੋਕ ਜਿਹੜੇ ਆ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਸਿੱਖਾਂ ਨੇ ਸ਼ਾਂਤਮਈ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪੱਲਾ ਹਮੇਸ਼ਾ ਫੜੀ ਰੱਖਿਆ ਔਰ ਜਿੱਤ ਹਾਸਲ ਕੀਤੀ। ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਪ੍ਰਬੰਧ 'ਚ ਆ ਗਿਆ। ਮੈਂ ਹੁਣ ਥੋੜੀ ਜਿਹੀ ਇੱਕ ਬੇਨਤੀ ਹੋਰ ਤੁਹਾਨੂੰ ਕਰਨੀ ਚਾਹੁੰਦਾ ਕਿ ਅੱਜ ਜਿਹੜੀ ਉਸ ਵੇਲੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਸੰਸਕਾਰ ਕਰਦੇ ਆ, ਜਾਂ ਨਨਕਾਣਾ ਸਾਹਿਬ ਦੇ ਉਸ ਪ੍ਰਬੰਧ ਨੂੰ ਸੁਧਾਰਨ ਲਈ ਗਏ ਹੋਏ ਉਹ ਜਥੇ ਨੇ ਜਿਹੜਾ ਤਸ਼ੱਦਦ ਸਹਿਆ, ਗੋਲੀਆਂ ਸਹੀਆਂ, ਟਕੂਏ, ਗੰਡਾਸੇ, ਕਿਰਪਾਨਾਂ ਦੇ ਵਾਰ ਖਾਦੇ, ਜਿਹੜੇ ਟੁਕੜੇ ਟੁਕੜੇ ਹੋਏ, ਉਹ ਕਾਹਦੇ ਲਈ ਸੀ? ਕੀ ਅੱਜ ਗੁਰਦੁਆਰਿਆਂ ਦੇ ਅੰਦਰ ਅਸੀਂ ਸਿੱਖ ਰਹਿਤ ਮਰਜ਼ਾਦਾ ਲਾਗੂ ਕਰਨ ਲਈ ਤਿਆਰ? ਖਿਮਾ ਕਰਿਓ ਕਿ ਉਹ ਜਿਹੜੀ ਸ਼੍ਰੋਮਣੀ ਕਮੇਟੀ, ਨਾਰਾਜ਼ ਨਾ ਹੋਇਓ, ਉਹ ਜਿਹੜੀ ਸ਼੍ਰੋਮਣੀ ਕਮੇਟੀ ਮਹੰਤਾਂ ਨੂੰ ਕੱਢ ਕੇ ਹੋਂਦ ਵਿੱਚ ਆਈ ਸੀ ਗੁਰਦੁਆਰਿਆਂ ਦੇ ਪ੍ਰਬੰਧ ਲਈ, ਅੱਜ ਦੁਬਾਰਾ ਡੇਰੇਦਾਰਾਂ ਦੇ ਪ੍ਰਭਾਵ ਥੱਲੇ ਨਹੀਂ। ਕਿ ਉਹ ਪ੍ਰਬੰਧ ਜਿਹੜਾ ਅਕਾਲ ਤਖਤ ਵਾਲਾ ਮਹੰਤਾਂ ਤੋਂ ਛਡਵਾ ਕੇ, ਅਰੂੜ ਸਿੰਘ ਵਰਗਿਆਂ ਤੋਂ ਛਡਵਾ ਕੇ ਪੰਥ ਦੇ ਪ੍ਰਬੰਧ ਹੇਠ ਆਇਆ ਸੀ, ਅੱਜ ਉਹ ਰਾਜਨੀਤੀ ਦੇ ਪ੍ਰਭਾਵ ਥੱਲੇ ਤੇ ਡੇਰੇਦਾਰਾਂ ਦੇ ਪ੍ਰਭਾਵ ਥੱਲੇ ਨਹੀਂ। ਅੱਜ ਥਾਂ ਥਾਂ ਤੇ ਸਿੱਖ ਰਹਿਤ ਮਰਜ਼ਾਦਾ ਦੀਆਂ ਧੱਜੀਆਂ ਨਹੀਂ ਉੱਡ ਰਹੀਆਂ। ਨਾਨਕਸ਼ਾਹੀ ਕੈਲੰਡਰ ਹੈ, ਲਾਗੂ ਕਰਕੇ ਆਪੇ ਰੱਦ ਕਰਕੇ ਬਹਿ ਗਏ। ਹੁਣ ਗੁਰਪੁਰਬਾਂ ਦਾ ਵੇਖੋ ਕਿੱਦਾਂ ਦਾ ਹਾਲ ਬਣਾ ਰੱਖਿਆ, ਕਦੀ ਗਾਂਹ ਲੰਘੇ ਕਦੀ ਪਿਛਾਂਹ ਲੰਘੇ। ਸਿੱਖ ਪੁੱਛਦੇ ਫਿਰਦੇ ਇੱਕ ਦੂਜੇ ਨਾਲ ਜਾਂ ਲੜਦੇ ਫਿਰਦੇ ਆ, ਆਹ ਗੁਰਪੁਰਬ ਏਦਾਂ ਨਹੀਂ ਏਦਾਂ ਮਨਾਉਣਾ, ਏਦਾਂ ਨਹੀਂ ਏਦਾਂ ਮਨਾਉਣਾ। ਇਹਦਾ ਜ਼ਿੰਮੇਵਾਰ ਕੌਣ ਹੈ? ਸਾਡੇ ਗੁਰਦੁਆਰਿਆਂ 'ਚ ਰਾਜਨੀਤੀ ਵੜ ਗਈ, ਕੜਮ ਚੌਧਰੀ ਵੜ ਗਏ। ਗੁਰਦੁਆਰਿਆਂ 'ਚ ਰਾਜਨੀਤੀ ਭਰਪੂਰ ਹੋ ਗਈ। ਗੁਰਦੁਆਰਿਆਂ ਦੇ ਪ੍ਰਬੰਧਕ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕੱਖ ਨਹੀਂ ਪਤਾ, ਇਤਿਹਾਸ ਦਾ ਕੱਖ ਨਹੀਂ ਪਤਾ, ਸਿਰਫ ਪੈਸਾ, ਚੌਧਰ ਹੈ, ਧੱਕੇਸ਼ਾਹੀ ਦੇ ਨਾਲ ਕੰਮ ਚਲਾ ਰਿਹਾ। ਕੀ ਹੋ ਰਿਹਾ ਗੁਰਦੁਆਰਿਆਂ ਦੇ ਅੰਦਰ ਦੇਖ ਨਹੀਂ ਰਹੇ ਆਪ? ਨਿਤ ਰੋਜ਼
ਕਿਸੇ ਨਾ ਕਿਸੇ ਗੁਰਦੁਆਰੇ ਦੀ ਇਹੋ ਜਿਹੀ ਤਸਵੀਰ ਸਾਹਮਣੇ ਆਉਂਦੀ ਹੈ, ਵੀਡੀਓ ਸਾਹਮਣੇ ਆਉਂਦੀ ਹੈ। ਅੱਜ ਕੱਲ੍ਹ ਦਾ ਯੁੱਗ ਹੈ, ਜ਼ਮਾਨਾ ਇਹੋ ਜਿਹਾ ਬਣ ਗਿਆ, ਕਿਸੇ ਨਾ ਕਿਸੇ ਗੁਰਦੁਆਰੇ ਦੀ ਇਹੋ ਜਿਹੀ ਤਸਵੀਰ ਸਾਹਮਣੇ ਆ ਜਾਂਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਹੀ ਪੱਗਾਂ ਲੱਥਦੀਆਂ, ਦਾੜੀਆਂ ਪੁੱਟਦੇ, ਡਾਂਗੋ ਡਾਂਗੀ, ਛਿੱਤਰੋ ਛਿੱਤਰੀ, ਗਾਲੋ ਗਾਲੀ ਹੁੰਦੇ ਨਜ਼ਰ ਆਉਂਦੇ ਆ। ਇਹ ਕੀ ਹੋ ਰਿਹਾ ਗੁਰਦੁਆਰਿਆਂ ਦੇ ਅੰਦਰ? ਕੀ ਗੁਰਦੁਆਰੇ ਲੜਾਈ ਦਾ ਮੈਦਾਨ ਹੈ? ਕੀ ਗੁਰਦੁਆਰਿਆਂ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਨਹੀਂ ਹੋਣੀ ਚਾਹੀਦੀ? ਕੀ ਕਰ ਰਹੇ ਨੇ ਅੱਜ ਅਸੀਂ? ਅੱਜ ਜਿੰਨਾ ਕਰਮਕਾਂਡ, ਜਿੰਨਾ ਵਹਿਮ ਭਰਮ, ਜਿੰਨਾ ਪਖੰਡ ਸਾਡਿਆਂ ਘਰਾਂ 'ਚ ਵੜਿਆ, ਅੰਦਾਜ਼ਾ ਲਾਓ, ਦੇਖੋ ਤਾਂ ਸਹੀ ਇੱਕ ਵਾਰੀ। ਕਿਹੜਾ ਕਰਮਕਾਂਡ ਹੈ ਜਿਹੜਾ ਸਾਡੇ ਵਿਆਹਾਂ ਤੇ ਨਹੀਂ ਹੋ ਰਿਹਾ? ਕਿਹੜੀ ਉਹ ਵਹਿਮ ਭਰਮ ਵਾਲੀ ਗੱਲ ਹੈ ਜਿਹੜੀ ਸਾਡੇ ਮਰਗਾਂ ਤੇ ਨਹੀਂ ਹੋ ਰਹੀ? ਕਿੱਧਰ ਦੀ ਗੱਲ ਕਿੱਧਰ ਨੂੰ ਜਾ ਰਹੀ ਹੈ? ਤੁਹਾਡੇ ਸਕੂਲ ਜਿਹੜੇ ਗੁਰੂ ਸਾਹਿਬ ਦੇ ਨਾਂ ਤੇ ਹੈ, ਤੁਹਾਡੇ ਉਹ ਕਾਲਜ ਜਿਹੜੇ ਖਾਲਸਾ ਕਾਲਜ ਹੈ, ਜਿਹੜੇ ਗੁਰੂ ਸਾਹਿਬ ਦੇ ਨਾਂ ਤੇ ਹੈ, ਪੰਥ ਦੀ ਵਿਰਾਸਤ ਹੈ, ਉਹਨਾਂ ਸਕੂਲਾਂ ਦਾ, ਉਹਨਾਂ ਕਾਲਜਾਂ ਦਾ ਹਾਲ ਵੇਖੋ ਕੀ ਹੋ ਰਿਹਾ। ਕੌਣ ਹੈ ਪ੍ਰਬੰਧਕ ਉਹਦੇ? ਪੱਗਾਂ ਦਾੜੀਆਂ ਵਾਲੇ। ਤੇ ਇਹ ਨਸ਼ਾ ਕਿਉਂ ਹੈ? ਇਹ ਹਾਲਤ ਕਿਉਂ ਹੈ? ਇਹਦਾ ਜ਼ਿੰਮੇਵਾਰ ਕੌਣ ਹੈ? ਸਿਰਫ ਨਨਕਾਣਾ ਸਾਹਿਬ ਦਾ ਸਾਕਾ ਮਨਾ ਲਿਆ, ਕੜਾਹ ਪ੍ਰਸ਼ਾਦ ਤਿਆਰ ਕਰ ਲਿਆ, ਜਕਾਰੇ ਛੱਡ ਲਏ, ਇੱਕ ਕਾਥਾਵਾਚਕ ਸੱਦ ਲਿਆ, ਕੀਰਤਨ ਹੋ ਗਿਆ, ਲੰਗਰ ਬਣ ਗਿਆ ਤੇ ਘਰ ਨੂੰ ਚਲੇ ਗਏ। ਲਓ ਜੀ ਅਸੀਂ ਨਨਕਾਣਾ ਸਾਹਿਬ ਦਾ ਸਾਕਾ ਮਨਾ ਲਿਆ। ਇਹ ਨਹੀਂ ਹੈ। ਚਾਹੀਦਾ ਇਹ ਹੈ ਕਿ ਅਸੀਂ ਉਹ ਨਨਕਾਣਾ ਸਾਹਿਬ ਦੇ ਸਾਕੇ ਨੂੰ ਸਾਹਮਣੇ ਰੱਖ ਕੇ ਇਸ ਗੱਲ ਦੇ ਵਿੱਚ ਆਈਏ ਕਿ ਨਨਕਾਣਾ ਸਾਹਿਬ ਦਾ ਉਹ ਸਾਕਾ ਵਾਪਰਿਆ ਕਿਸ ਕਾਰਨ? ਮਾੜਾ ਪ੍ਰਬੰਧ ਸੀ, ਮਾੜੇ ਪ੍ਰਬੰਧਕਾਂ ਤੋਂ ਹੀ ਖਹਿੜਾ ਛਡਾਉਣ ਲਈ ਸੀ। ਤੇ ਅੱਜ ਉਹ ਜਿਹੜੇ ਸ਼ਹੀਦ ਹੋਏ ਸਿੱਖ ਹੈ, ਜੇ ਉਹਨਾਂ ਨੂੰ ਜਵਾਬ ਦੇਣਾ ਹੋਵੇ ਤੇ ਕੀ ਜਵਾਬ ਦਿੱਤਾ ਜਾਏ? ਵੀ ਤੁਸੀਂ ਤਾਂ ਮਾੜੇ ਪ੍ਰਬੰਧ ਦੇ ਖਿਲਾਫ ਲੜਦਿਆਂ ਖੂਨ ਡੋਲ ਕੇ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਬਰਕਰਾਰ ਕਰ ਲਿਆ। ਤੁਸੀਂ ਤਾਂ ਪੰਥ ਦੀ ਮਰਿਆਦਾ ਨੂੰ ਬਰਕਰਾਰ ਕਰ ਲਿਆ ਗੁਰਦੁਆਰਿਆਂ 'ਚ ਆਪਣਾ ਖੂਨ ਵਗਾ ਕੇ। ਤੇ ਆਹ ਜਿਹੜੇ ਅੱਜ ਦੇ ਨੇ, ਇਹਨਾਂ ਦਾ ਕੀ ਕੀਤਾ ਜਾਏ? ਇਹ ਮਹੰਤ ਨਾਲੋਂ ਜ਼ਿਆਦਾ ਖਤਰਨਾਕ ਨਹੀਂ ਹੋ ਗਏ? ਮਹੰਤ ਬੈਠਾ ਸੀ ਧੱਕੇ ਨਾਲ, ਸਿੱਖਾਂ ਨੇ ਕੱਢਿਆ ਤੇ ਬਾਹਰ ਮਾਰਿਆ। ਇਹ ਬੈਠੇ ਕਾਨੂੰਨੀ ਤਰੀਕੇ ਨਾਲ, ਕਾਨੂੰਨ ਦਾ ਸਹਾਰਾ ਲੈ ਕੇ, ਵੋਟਾਂ ਦੇ ਰਾਹੀਂ। ਇਹ ਉਹਦੇ ਨਾਲੋਂ ਜ਼ਿਆਦਾ ਖਤਰਨਾਕ ਕੰਮ ਹੈ। ਕੀ ਵਾਪਰ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਰੌਲਾ ਨਹੀਂ ਪਿਆ? ਪੈਣਾ ਚਾਹੀਦਾ ਸੀ। ਗੋਲਕਾਂ ਦਾ ਰੌਲਾ ਨਹੀਂ ਪੈਂਦਾ? ਪੈਣਾ ਚਾਹੀਦਾ ਸੀ। ਕਿਹੜੇ ਕੰਮ ਕਰਨੇ ਚਾਹੀਦੇ ਸੀ? ਕੀ ਕਰਨਾ ਚਾਹੀਦਾ ਸੀ ਸਾਨੂੰ ਸਿੱਖਾਂ? ਜਰਾ ਸੋਚਣ ਵਿਚਾਰਨ ਦੀ ਲੋੜ ਹੈ। ਤਾਂ ਗੁਰੂ ਪਿਆਰਿਓ, ਜਿਹੜਾ ਸ਼ਲੋਕ ਅਸੀਂ ਵਿਚਾਰ ਰਹੇ ਸਾਂ, ਉਹ ਸ਼ਲੋਕ ਸਾਡੀ ਜ਼ਿੰਦਗੀ ਦਾ ਆਧਾਰ ਬਣਨਾ ਚਾਹੀਦਾ ਹੈ। ਗੁਰੂ ਅਰਜਨ ਸਾਹਿਬ ਦਾ ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸਣਾ ਚਾਹੀਦਾ ਹੈ। ਸਾਨੂੰ ਇਸ ਸਤਿਗੁਰੂ ਦੀ ਬਾਣੀ ਦੇ ਸਿਧਾਂਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਆਪਣੇ ਘਰਾਂ 'ਚ, ਗੁਰਦੁਆਰਿਆਂ 'ਚ ਲਾਗੂ ਕਰਨੀ ਚਾਹੀਦੀ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਉਹ ਬਹੁਤ ਮੋਟਾ ਕਰਕੇ ਪਿੱਛੇ ਲਿਖ ਕੇ ਲਾਇਆ ਹੋਇਆ ਹੈ, ਇਹ ਗੁਰਦੁਆਰਾ ਸਾਹਿਬ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਹੈ। ਮਰਿਆਦਾ ਨੂੰ ਸਮਰਪਿਤ ਹੈ। ਤੇ ਜੇ ਅਸੀਂ ਬਾਕੀ ਗੁਰਦੁਆਰਿਆਂ ਦਾ ਪ੍ਰਬੰਧ ਵੇਖਣਾ ਹੋਵੇ ਤਾਂ ਜੋ ਅਸੀਂ ਉੱਥੇ ਹਾਲ ਕਰ ਰਹੇ ਹਾਂ, ਤੁਸੀਂ ਦੇਖ ਹੀ ਸਕਦੇ ਹੋ। ਧੰਨਵਾਦ ਹੈ ਤੁਹਾਡਾ ਕਿ ਤੁਸੀਂ ਇਸ ਸਾਰੇ ਪ੍ਰਬੰਧ ਨੂੰ ਇਸ ਤਰੀਕੇ ਨਾਲ ਸਿਰਜਣ ਦਾ ਯਤਨ ਕਰਦੇ ਹੋ। ਬੜਾ ਜ਼ੋਰ ਲੱਗਦਾ ਹੁੰਦਾ ਹੈ, ਇਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ, ਬੜੀਆਂ ਗੱਲਾਂ ਸੁਣਨੀਆਂ ਪੈਣਗੀਆਂ, ਬੜਾ ਕੁਝ ਹੋਏਗਾ। ਲੇਕਿਨ ਜੇ ਸੰਗਤ ਜਾਗਰੂਕ ਰਵੇ, ਸੰਗਤ ਸੁਚੇਤ ਰਵੇ ਤੇ ਸਿਆਣੇ ਪ੍ਰਬੰਧਕ ਅੱਗੇ ਰਹਿੰਦੇ ਆ। ਜੇ ਸੰਗਤ ਅੱਖਾਂ ਮੀਟ ਲਵੇ ਤਾਂ ਪ੍ਰਬੰਧਕ ਵੀ ਉਹ ਆਉਣਗੇ ਜਿਹੜੇ ਗੁਰਦੁਆਰਿਆਂ ਦੇ ਅੰਦਰ ਡੇਰਿਆਂ ਦੀ ਮਰਿਆਦਾ ਨੂੰ ਭਰ ਦੇਣਗੇ। ਅਸੀਂ ਕਰਮਕਾਂਡੀ ਨਹੀਂ ਹਾਂ, ਅਸੀਂ ਪਖੰਡ ਵਾਲੇ ਨਹੀਂ ਹਾਂ। ਪੂਜਾ, ਵਰਤ, ਤਿਲਕ, ਇਸ਼ਨਾਨਾ, ਪੁੰਨਦਾਨ, ਬਹੁਦੈਨ, ਕਹੂੰ ਨਾ ਭੀਜੈ ਸੰਜਮ ਸੁਆਮੀ, ਬੋਲੇ ਮਿੱਠੇ ਬੈਣ।
ਤੁਹਾਡੇ ਚੋਂ ਬਹੁਤ ਸਾਰੇ ਹਜੂਰ ਸਾਹਿਬ ਦਰਸ਼ਨ ਮੇਲਿਆਂ ਲਈ ਗਏ ਹੋਣਗੇ। ਸਾਡਾ 5ਵਾਂ ਤਖਤ ਹੈ ਹਜੂਰ ਸਾਹਿਬ, ਉੱਥੇ ਦੇਖਿਆ ਹੋਣਾ ਕੀ ਹੁੰਦਾ, ਦੇਖੀ ਮਰਜ਼ਾਦਾ। ਔਰ ਜਿਹੜਾ ਇੱਥੇ ਸਾਡੇ ਜ਼ੋਰ ਪੈ ਰਿਹਾ, ਜਿੱਦਾਂ ਡੇਰੇਦਾਰ ਧਮੱਚੜ ਪਾ ਰਹੇ ਨੇ ਆਲੇ ਦੁਆਲੇ, ਇਹ ਸਾਰਾ ਰੌਲਾ ਰੱਪਾ ਜੇ ਗੁਰੂ ਸਿਧਾਂਤ ਦਾ ਪੱਲਾ ਛੱਡ ਦਿਓ ਤੇ ਬਹੁਤੀ ਦੇਰ ਸਾਡੇ ਵੀ ਇਹਨਾਂ ਗੁਰਦੁਆਰਿਆਂ 'ਚ ਨਹੀਂ ਲੱਗਣੀ। ਇਹਨਾਂ ਗੁਰਦੁਆਰਿਆਂ 'ਚ ਵੀ ਉਹ ਸਾਰੀ ਮਰਜ਼ਾਦਾ ਲਾਗੂ ਕਰਨ ਲਈ ਤਿਆਰ ਹੈ। ਤੇ ਅੱਜ ਇਹਨਾਂ ਦੀ ਪਿੱਠ ਕੌਣ ਠੱਪ ਪਾ ਰਿਹਾ? ਉਦੋਂ ਅੰਗਰੇਜ਼ ਠੱਪ ਪਾਉਂਦੇ ਸੀ, ਅੱਜ ਕੌਣ ਠੱਪ ਪਾ ਰਿਹਾ? ਨਹੀਂ ਨਜ਼ਰ ਆਉਂਦਾ, ਦਿਸਦਾ ਨਹੀਂ। ਤੇ ਅੱਜ ਫਿਰ ਅਸੀਂ ਕਿਉਂ ਸ਼ਾਂਤ ਆ, ਕਿਉਂ ਚੁੱਪ ਆ, ਕੀ ਕਰ ਰਹੇ ਆ, ਕਿਸ ਗੱਲ ਦੀ ਉਡੀਕ ਕਰਦੇ ਆ? ਤਾਂ तमाम ਸਿੱਖਾਂ ਨੂੰ ਗੁਰਦੁਆਰਿਆਂ ਦੇ ਅੰਦਰ, ਭਾਵੇਂ ਉਹ ਇਤਿਹਾਸਿਕ ਸਥਾਨ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੈ, ਭਾਵੇਂ ਉਹ ਲੋਕਲ ਪ੍ਰਬੰਧ ਹੇਠ ਹੈ, ਸ਼ਹਿਰਾਂ ਦੇ ਹੈ, ਪਿੰਡਾਂ ਦੇ ਹੈ, ਪਹਿਲੀ ਗੱਲ ਤਾਂ ਇਹ ਕਿ ਨਨਕਾਣਾ ਸਾਹਿਬ ਦਾ ਇਹ ਸਾਕਾ ਯਾਦ ਕਰਦੇ ਆ, ਸਿੱਖ ਰਹਿਤ ਮਰਿਆਦਾ ਸਾਡਿਆਂ ਗੁਰਦੁਆਰਿਆਂ 'ਚ ਤੇ ਸਾਡਿਆਂ ਘਰਾਂ 'ਚ ਪੂਰਨ ਤੌਰ ਤੇ ਲਾਗੂ ਹੋਣੀ ਚਾਹੀਦੀ ਹੈ। ਨੰਬਰ 2, ਸਾਨੂੰ ਮਹੰਤ ਦੀ ਇਸ ਕਰੂਰ ਕਰਤੂਤ ਨੂੰ ਸਾਹਮਣੇ ਰੱਖਦਿਆਂ ਇਹ ਧਿਆਨ 'ਚ ਰੱਖ ਲੈਣਾ ਚਾਹੀਦਾ। ਬੜੇ ਔਖੇ ਹੋ ਗਿਆ ਮਹੰਤ ਕੋਲੋਂ ਖਹਿੜਾ ਛਡਵਾਇਆ ਸੀ, ਡੇਰੇਦਾਰਾਂ ਨੂੰ ਸਿਰ ਤੇ ਨਾ ਚੜਾਓ। ਡੇਰੇਦਾਰਾਂ ਨੂੰ ਅੱਜ ਸਿਰ ਤੇ ਨਾ ਚੜਾਓ। ਡੇਰੇਦਾਰ ਉਸੇ ਹੀ ਮਹੰਤ ਦਾ ਸੁਧਰਿਆ ਹੋਇਆ ਰੂਪ ਲੈ ਲਓ, ਕੰਮ ਉਹੀ ਸਾਰੇ ਜਿਹੜੇ ਆ ਉਹ ਸਾਡੇ ਆਲੇ ਦੁਆਲੇ ਉਦਾਂ ਹੀ ਕਰ ਰਹੇ ਨੇ, ਉਹੀ ਮਰਜ਼ਾਦਾ, ਉਹੀ ਤੌਰ ਤਰੀਕਾ ਇਹਨਾਂ ਦਾ। ਤਾਂ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪੈ ਭਾਵਨੀ 'ਚ ਰਹਿੰਦਿਆਂ ਹੋਇਆਂ ਇਸ ਗੱਲ ਦਾ ਤਹਈਆ ਕਰਨਾ ਚਾਹੀਦਾ ਹੈ ਔਰ ਦ੍ਰਿੜ ਇਰਾਦੇ ਦੇ ਨਾਲ ਇਸ ਗੱਲ ਦੇ ਉੱਤੇ ਕੇਂਦਰਿਤ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਅਸੀਂ ਨਾ ਪੜ੍ਹਦੇ ਹਾਂ, ਨਾ ਸੁਣਦੇ ਹਾਂ, ਨਾ ਵਿਚਾਰਦੇ ਹਾਂ, ਔਰ ਅਸੀਂ ਅੱਖਾਂ 'ਚ ਮੀਟ ਕੇ ਬਹੁਤੀਆਂ ਥਾਵਾਂ ਦੇ ਉੱਤੇ ਹਾਲ ਇਦਾਂ ਦਾ ਹੀ ਬਣਿਆ ਹੋਇਆ ਹੈ। ਅਸੀਂ ਅੱਖਾਂ 'ਚ ਮੀਟ ਕੇ ਡੰਗ ਸਾਰਨ ਦਾ ਯਤਨ ਕਰਦੇ ਹਾਂ ਵੀ ਚਲ ਠੀਕ ਹੈ, ਜੋ ਹੁੰਦਾ ਹੋਈ ਜਾਣ ਦਿਓ, ਜਾਂ ਅਸੀਂ ਐਵੇਂ ਇੱਧਰ ਉੱਧਰ ਦੀਆਂ ਸ਼ੋਸ਼ੇਬਾਜ਼ੀਆਂ ਦੇ ਵਿੱਚ ਫਸ ਕੇ ਤੇ ਸ਼ੋਸ਼ੇਬਾਜ਼ੀਆਂ ਦੇ ਸ਼ਿਕਾਰ ਹੋ ਕੇ ਤੇ ਉਲਝ ਜਾਂਦੇ ਹਾਂ। ਅਸਲੀਅਤ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੱਖ ਰਹਿਤ ਮਰਜ਼ਾਦਾ ਤੋਂ ਪਾਸੇ ਹੋ ਕੇ ਸਾਡਾ ਗੁਜ਼ਾਰਾ ਨਹੀਂ ਹੈ। ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਸੇ ਹੋ ਕੇ ਸਿੱਖ ਰਹਿਤ ਮਰਜ਼ਾਦਾ ਨੂੰ ਛੱਡ ਕੇ ਅੱਜ ਸਾਡਾ ਗੁਜ਼ਾਰਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਰਸਮਾਂ ਪੂਰੀਆਂ ਕਰਨ ਲਈ ਨਾ ਪੜੋ, ਸਮਝਣ ਲਈ ਪੜੋ। ਬਥੇਰਾ ਚਿਰ ਹੋ ਗਿਆ ਰਸਮਾਂ ਪੂਰੀਆਂ ਕਰਦਿਆਂ ਨੂੰ, ਬਥੇਰਾ ਚਿਰ ਹੋ ਗਿਆ ਫਾਰਮੈਲਟੀਆਂ ਕਰਦਿਆਂ ਨੂੰ। ਹੁਣ ਥੋੜਾ ਸਮਾਂ ਸਾਨੂੰ ਇੱਕ ਵਾਰੀ ਵਿਚਾਰ ਕੇ ਪੜ੍ਹ ਲੈਣੀ ਚਾਹੀਦੀ ਹੈ। ਔਰ ਜਦੋਂ ਤੁਸੀਂ ਵਿਚਾਰ ਕੇ ਪੜ੍ਹਨ ਦੀ ਕੋਸ਼ਿਸ਼ ਕਰੋਗੇ, ਸਤਿਗੁਰੂ ਬੜੇ ਵੱਡੇ ਭਰਮ ਭੁਲੇਖੇ ਸਾਡੇ ਦੂਰ ਕਰਦੇ ਆ। ਇੱਕ ਪੌੜੀ ਤੁਹਾਡੇ ਸਾਹਮਣੇ ਰੱਖਦਾ, ਨਾ ਤੂੰ ਆਵੇਂ ਬਸ, ਆਉਂਦੀ ਜੀ ਕਿਸੇ ਨੂੰ? ਚਲੋ ਮੈਂ ਸੁਣਾ ਦਿੰਦਾ, ਸੁਣਿਓ ਧਿਆਨ ਨਾਲ। ਨਾ ਤੂੰ ਆਵੇਂ ਬਸ ਬਹੁਤ ਘਿਣਾਵਣੇ, ਘਿਣਾਵਣੇ ਦਾ ਅਰਥ ਹੈ ਤਰਲੇ ਦੇ ਲਿਆ, ਰੋਇਆ। ਵੇਖਿਆ ਹੋਣਾ ਤੁਸੀਂ ਕਦੀ ਸਾਡੇ 'ਚ ਕਦੀ ਉਹ ਲੱਛਣ ਨਜ਼ਰ ਆ ਜਾਂਦੇ ਆ ਵੀ ਐਵੇਂ ਹੋਈ ਜਾਣਾ, ਮਹਾਰਾਜ ਗਰੀਬ ਮਾਰਿਆ ਗਿਆ, ਮਹਾਰਾਜ ਮੈਂ ਦਾਸ, ਮੈਂ ਮੰਨਣਾ ਹੈ ਨਹੀਂ, ਪਰ ਉਦਾਂ ਉਤੋਂ ਜ਼ੁਬਾਨ ਤੋਂ ਤੇ ਸਰੀਰਕ ਤੌਰ ਤੇ ਹਿਲ ਜੁਲ ਇਦਾਂ ਦੀ ਕਰੀ ਜਾਣੀ ਆ। ਨਾ ਤੂੰ ਆਵੇਂ ਬਸ ਬਹੁਤ ਘਿਣਾਵਣੇ। ਦੂਜੀ ਲਾਈਨ, ਨਾ ਤੂੰ ਆਵੇਂ ਬਸ ਵੇਦ ਪੜਾਵਣੇ। ਧਾਰਮਿਕ ਗ੍ਰੰਥਾਂ ਦਾ ਪਾਠ ਪੜਾਈ ਜਾਓ, ਨਹੀਂ, ਇਹਦੇ ਨਾਲ ਵੀ ਗੱਲ ਨਹੀਂ ਬਣਦੀ। ਨਾ ਤੂੰ ਆਵੇਂ ਬਸ ਧਰਤੀ ਢਾਈਏ, ਧਰਤੀ ਦੀ ਯਾਤਰਾ ਕਰਨ ਨਾਲ ਨਹੀਂ ਗੱਲ ਬਣਦੀ। ਨਾ ਤੂੰ ਆਵੇਂ ਬਸ ਧਰਤੀ ਢਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ। ਮੈਂ ਆਪਣੀ ਚਤੁਰਾਈ ਚਲਾਕੀ ਸਿਆਣਪ ਨੂੰ ਵਰਤਣ ਦੀ ਕੋਸ਼ਿਸ਼ ਕਰਾਂ, ਇਹਦੇ ਨਾਲ ਵੀ ਗੱਲ ਨਹੀਂ ਬਣਦੀ। ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ, ਬਹੁਤਾ ਦਾਨ ਦੇ, ਦਾਤੇ ਬਣ ਕੇ ਬਹਿਣਾ। ਦੇਖਿਆ ਹੋਣਾ ਤੁਸੀਂ ਗੁਰਦੁਆਰਿਆਂ ਦੀਆਂ ਕੰਧਾਂ ਕਾਲੀਆਂ, ਫਰਸ਼ਾਂ ਕਾਲੀਆਂ ਕੀਤੀਆਂ ਪਈਆਂ, ਨਾਂ ਲਿਖਾ ਕੇ 100 ਰੁਪਇਆ ਦਿੱਤਾ, ਲਿਖੋ ਨਾ।
पखे नहीं छड्डे, पानी पीण वाला कूलर नहीं छड्डिया, भांडे नहीं छड्डे, लंगर ही रह गया, रोटियां तो लिखिया नहीं जाता, नहीं तो लिख देण उत्थे भी। यही हाल है ना तू आवे बस बहुता दान दे, सब को तेरे बस अगम अगोचरा, तू भगतां कै बस भगतां दान दे। और एक नहीं अनेकां शब्द पखंड वहम भरम ते साडी ओ औगणा वाली जिंदगी, बुराइयां भरी जिंदगी, समाज दे बिगड़े हुए हालात, गुरु ग्रंथ साहब की बाणी इन्हां सारे सिलसिलिਆਂ ਦੇ ਉੱਤੇ तकड़ा कटाक्ष करती है, कटदी है महाराज की बाणी। कादी वो पढ़ाई लिखाई है, बंदा पढ़िया लिखिया ते है, डिग्रियां का मालिक ते है, पर लोभ दा मारिया इन्हूं पढ़िया लिखिया मनोगे। गुरु ग्रंथ साहब जी की बाणी ने एक नहीं हरेक मसले ते खुल के विचार दिते हुए, उन्होंने पढ़िया लिखिया नहीं मन्निया जा सकता। जेड़ा भेडां वांग सिर सुट के चली जा रहा है, ये पढ़िया लिखिया नहीं अखवा सकता। जेड़ा वहमां भरमां दा मारे है, पढ़िया लिखिया नहीं अखवा सकता। डिग्रियां इहदे कोल होणगीआं। पढ़िया मूर्ख आखी है जिस लब लोभ अहंकारा। पढ़ गड्डी लदियां, पढ़ भरियां साथ, उस तो श्लोक तुसीं रोज ही आसा की बात दे सुनते पढ़ते हो। महाराज सच्चे पातशाह ने बहुत खूबसूरत विचार दिते, बड़ी सोहनी जीवन जाच दी। समाज नूं सोहणे तरीके नाल जीण लई, समाज नूं सोहणे तरीके दा प्रबंध देण लई, समाज नूं आपसी सोहणा वरतों विहार करन लई महाराज ने बहुत कुछ सानूं बाणी चों दिता होया। लोड़ है वो प्रबंध सिरजण दी, लोड़ है गुरु साहब जी दे पूरनियां नूं पछाणन दी, लोड़ है अपने उन्हां शहीदां द्वारा डोले हुए उस खून दे कारणां नूं जानण दी। भला होएगा, समाज सोहना होएगा, समाज तरक्की वाले पासे तुरेगा, खुशहाली वाले पासे तुरेगा। ते जे वहम भरम ते एक दूजे दे पिछलग बन के तुरदे रहांगे, गुरु सिद्धांतां वल्लों अखां मीट छड्डांगे, मर्यादा दा घाण करांगे, तां गुरु सवारियो अज भी रोंदे आ, कल भी रोंदे रहांगे। पछतावा पल्ले होएगा। लुट्टण तो कुट खाण तो इलावा साडे कोल होर कुछ भी नहीं होएगा। जे सारे कुछ तो बचना चाहुंदे आ तां गुरु ग्रंथ साहब जी की बाणी ते लड़ लगिए, आप पढ़िए, अपने बच्चों को इस पासे लैके आइए। चंगा प्रबंध सिरजण लई गुरु ग्रंथ साहब जी की बाणी का ज्ञान होना सानू अत जरूरी है। महाराज कृपा करन, रहमत करन। महंत नरैणू को खैड़ा बड़ा औखा छुट्टा, दोबारा महंत नरैणू की रूह, महंत नरैणू के वारस साडे आले दुआले नहीं फटकने चाहिए, नेड़े तेड़े नहीं होने चाहिए। सुचज्जे सियाणे प्रबंधक, वो प्रबंधक जिन्हां ने अपनी जिंदगी च खून डोलिया, जिन्हां ने टुकड़े करवा लए, जिन्हां ने वड्डियां कुर्बानियां करके गुरु मर्यादा नूं बहाल कीता। सतगुरु सच्चे पातशाह सानू उन्हां दे पूरनियां ते चलण दा ओहो जिहा दिल गुजरा साडे अंदर पैदा करन, असीं ओहदे मुताबिक चल सकीए। तुहाडा सारिआं दा, इत्थों दे जिन्ने प्रबंधक वीर है उन्हां सारिआं दा तहे दिलों धन्नवाद करदा। महाराज सच्चे पातशाह साडे सारिआं ते मेहर दा हੱਥ रखण। तुहाडा एक बारी धन्नवाद करदा होया भुल्लां चुकां दी खिमा मंगदा जी। प्यार सिर फतेह बुलाओ। वाहिगुरू जी का खालसा, वाहिगुरू जी की फतेह। राम कली महला तीजा। आनंद एक ओंकार।